ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਚੋ ਸੱਜਣ ਮੈਂਡਿਆ ਦੇ ਸਿਸ ਉਤਾਰ। ਨੈਣ ਮਹੰਜੇ ਤਰਸਦੇ ਕਦ ਪਸੀਂ ਦੀਦਾਰ। ਨੈਣ ਮਹੰਜੇ ਤਰਸਦੇ ਕਦ ਪਸੀਂ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਸੁ ਸਹਜ ਸੁਭਾਈ। ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀਨੁ ਅਰਸੋਂ ਪੁਰਸੋਂ ਜਪੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਸਾਜਣਾ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਖਾ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਖਾ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਪੇ ਸ਼ਕਤੀ ਸਬਲ ਕਹਾਇਆ। ਆਪੇ ਸੂਰਾ ਅੰਮ੍ਰਿਤ ਲਾਇਆ। ਆਪੇ ਸਿਵ ਵਰਤਾਇਨ ਅੰਤਰ। ਆਪੇ ਸੀਤਲ ਠਾੜ ਗੜਾ। ਜਿਸੈ ਨਵਾਜੇ ਗੁਰਮੁਖ ਸਾਜੇ। ਨਾਮ ਵਸੈ ਤਿਸ ਅਨਹਦ ਵਾਜੇ। ਤਿਸ ਹੀ ਸੁਖ ਤਿਸੈ ਹੀ ਠੁਕਰਾਈ। ਤਿਸੈ ਨ ਆਵੈ ਜਮ ਨੇੜਾ। ਕੀਮਤ ਕਾਗਦ ਕਹੀ ਨ ਜਾਈ। ਕਹੋ ਨਾਨਕ ਬੇਅੰਤ ਗੁਸਾਈ। ਆਦ ਮਦ ਅੰਤ ਪ੍ਰਭ ਸੋਈ। ਹਾਥ ਤਿਸੈ ਕੈ ਨਿਬੇੜਾ। ਤਿਸੈ ਸਰੀਗ ਨਾਹੀ ਰੇ ਕੋਈ। ਕਿਸਹੀ ਬੁੱਧੈ ਜਵਾਬ ਨ ਹੋਈ। ਨਾਨਕਾ ਪ੍ਰਭ ਆਪੇ ਆਪੇ। ਕਰ ਕਰ ਵੇਖੈ ਚੋਜ ਖੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰੂ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਿਰਜਣਹਾਰ ਪ੍ਰਤਪਾਲਨਹਾਰ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਵਰੂਪ ਸ਼ਬਦ ਗੁਰੂ ਅਵਤਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਦਸਵੇਂ ਸਵਰੂਪ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਤਨਾਂ ਦੇ ਮਹਾਨ ਪਾਵਨ ਪਵਿੱਤਰ ਸੋਹਣੇ ਚਰਨ ਸੋ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ
ਸਮੂਹ ਸੰਗਤਾਂ ਅੰਮ੍ਰਿਤ ਵੇਲੇ ਤੋਂ ਜਿੱਥੇ ਸਤਿਗੁਰੂ ਮਹਾਰਾਜ ਜੀ ਦੀ ਮੁਬਾਰਕ ਨਿੱਘੀ ਗੋਦ ਦਾ ਆਨੰਦ ਮਾਣ ਰਹੀਆਂ ਨੇ, ਉੱਥੇ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਇੱਕ ਵਾਰੀ ਫੇਰ ਸੁਭਾਗਾ ਸਮਾਂ ਆਪਾਂ ਸਾਰਿਆਂ ਨੂੰ ਮਿਲਿਆ ਹੈ। ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗਰੀਬਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ, ਮਿਹਰ ਕਰਕੇ, ਕਿਰਪਾ ਕਰਕੇ, ਮਿਹਰਮਤ ਕਰਕੇ ਆਪਣੇ ਖੁੱਲ੍ਹੇ ਦਰਸ਼ਨ ਦੀਦਾਰੇ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤੇ ਨੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਇਹਨਾਂ ਪਾਵਨ ਸਥਾਨਾਂ ਤੋਂ ਰੋਜ਼ਾਨਾ ਆਪ ਜਿੱਥੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ, ਧੁਰ ਕੀ ਬਾਣੀ, ਇਲਾਹੀ ਦਰਗਾਹੀ ਗੁਰੂ ਕੀ ਬਾਣੀ ਦਾ ਹਰ ਜਸ ਪਾਠ ਕੀਰਤਨ ਸਰਵਣ ਕਰਦੇ ਹੋ, ਉੱਥੇ ਬਹੁਤ ਹੀ ਅਦਬ ਸਤਿਕਾਰ ਸਹਿਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਲੜੀਵਾਰ ਗੁਰੂ ਸ਼ਬਦ ਕਥਾ ਵੀ ਆਪ ਜੀ ਹੱਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਜੀ ਹੋਣਾ ਪਾਸੋਂ ਰੋਜ਼ਾਨਾ ਹੀ ਸਰਵਣ ਕਰਦੇ ਹੋ। ਅੱਜ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਹੈ, ਸੇਵਾ ਬਖਸ਼ੀ ਹੈ। ਪਾਵਨ ਸ਼ਬਦ ਲੜੀਵਾਰ ਆਪ ਜੀਆਂ ਨੇ ਸਰਵਣ ਕੀਤਾ ਹੈ। ਲੜੀਵਾਰ ਜੋ ਸ਼ਬਦ ਹੈ ਗੁਰੂ ਕੇ ਪਿਆਰਿਆਂ ਨੇ ਆਪ ਜੀਆਂ ਨੂੰ ਸਰਵਣ ਕਰਵਾਇਆ ਹੈ। ਰਾਗ ਮਾਰੂ ਚੱਲ ਰਿਹਾ ਹੈ। 31 ਰਾਗ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਉਹਨਾਂ ਰਾਗਾਂ ਦੇ ਵਿੱਚੋਂ ਇਹ ਰਾਗ ਮਾਰੂ ਜੋ ਆਪ ਜੀ ਨੇ ਹੁਣੇ ਹੀ ਜਿਸ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਦਾ ਉਚਾਰਨ ਗੁਰੂ ਕੇ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਸੋ ਆਓ ਗੁਰੂ ਪਿਆਰ ਵਾਲਿਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਲੰਮੇਰਾ ਸ਼ਬਦ ਹੈ, ਜਿਹਦੇ 16 ਬੰਦ ਨੇ। ਮਾਰੂ ਸੋਲੇ ਬਾਣੀ ਹੈ, 16 ਬੰਦ ਨੇ। ਸੋ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਏ ਇਸ ਸ਼ਬਦ ਦੀ ਕਥਾ ਨੂੰ ਆਪਾਂ ਸਾਰੇ ਰਲ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਗੁਰੂ ਕਲਗੀਧਰ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਰਬੰਸ ਦਾਨੀ ਦਸ਼ਮੇਸ਼ ਪਿਤਾ ਜੀ ਦੇ ਕੋਲੋਂ ਬੜੇ ਪਿਆਰ ਦੇ ਨਾਲ ਫਤਿਹ ਰੂਪ ਦੇ ਵਿੱਚ ਆਪਾਂ ਆਗਿਆ ਮੰਗੀਏ। ਸੋ ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਝੁਕਾਵੋ ਸੀਸ। ਇੱਕ ਵਾਰੀ ਗੁਰੂ ਫਤਿਹ ਦੇ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪੇ ਸ਼ਕਤੀ ਸਬਲ ਕਹਾਇਆ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਨਾਮ ਬਾਣੀ ਦੇ ਰਸੀਏ ਜਹਾਜ਼, ਉਹਨਾਂ ਦਾ ਇਹ ਪਾਵਨ ਸ਼ਬਦ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਆਪੇ ਸ਼ਕਤੀ ਸਬਲ ਕਹਾਇਆ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਸ਼ਕਤੀ ਹੈ। ਉਹਦੀ ਸ਼ਕਤੀ ਇਤਨੀ ਵੱਡੀ ਹੈ, ਕੋਈ ਮਨੁੱਖ ਜੇਕਰ ਚਾਹਵੇ ਵੀ ਮੈਂ ਉਹਦੀ ਸ਼ਕਤੀ ਦੇ ਪ੍ਰਤੱਖ ਦਰਸ਼ਨ ਕਰ ਲਵਾਂ, ਇਹ ਕਿਸੇ ਵਿਰਲੇ ਗੁਰੂ ਕੇ ਪਿਆਰੇ ਨੂੰ ਹੀ ਉਹਦੀ ਸ਼ਕਤੀ, ਉਹਦੀ ਜਿਹੜੀ ਤਾਕਤ ਹੈ ਉਹਦਾ ਅੰਦਾਜ਼ਾ ਲੱਗ ਸਕਦਾ ਹੈ, ਨਹੀਂ ਤਾਂ ਆਮ ਮਨੁੱਖ ਦੇ ਪਰੇ ਦੀ ਗੱਲ ਹੈ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਦਾ, ਤਾਕਤ ਦਾ ਜ਼ਿਕਰ ਕੀਤਾ ਹੈ। ਰਹਿਰਾਸ ਸਾਹਿਬ ਦੀ ਪਾਵਨ ਬਾਣੀ ਵਿੱਚ ਆਪਾਂ ਇਹ ਸ਼ਬਦ ਪੜ੍ਹਦੇ ਹਾਂ। ਆਸਾ ਮਹੱਲਾ ਪਹਿਲਾ। ਸੁਨ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, कोई ना जाना तेरा केता केवड़ चीरा रहा। पूरा शब्द सतगुरु महाराज जी ने अकाल पुरख वाहिगुरु दी शक्ति जो उदी समर्था है, उदी जो ताकत है, उदा वर्णन सतगुरु महाराज जी धन गुरु नानक देव जी ने सुध रहरा साहब जी की पावन बाणी के अंदर किया है। कहते ने
ਇਹ ਸਾਰੇ ਮਨੁੱਖ ਕਹਿੰਦੇ ਉਹ ਬਹੁਤ ਵੱਡਾ ਹੈ, ਪਰ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਉਹ ਕਿੱਡਾ ਕੁ ਵੱਡਾ ਹੈ। ਉਹਦੀ ਸ਼ਕਤੀ ਹੈ, ਉਹਦੀਆਂ ਵਡਿਆਈਆਂ ਹਨ, ਪਰ ਕਿੰਨੀਆਂ ਕੁ ਹਨ ਇਸ ਗੱਲ ਦਾ ਅੱਜ ਤੱਕ ਮਨੁੱਖ ਕੋਈ ਪੱਕਾ ਅੰਦਾਜ਼ਾ ਨਹੀਂ ਲਗਾ ਸਕਦਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਡਿਆਈ ਹੈ, ਆਪ ਹੀ ਸ਼ਕਤੀ ਦਾ ਸੋਮਾ ਹੈ। ਉਹ ਆਪਣੀ ਸ਼ਕਤੀ ਆਪ ਹੀ ਜਾਣਦਾ ਹੈ। ਸੋ ਉਸ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਆਪਣੇ ਪਾਵਨ ਸ਼ਬਦ ਅੰਦਰ ਜ਼ਿਕਰ ਕਰ ਰਹੇ ਨੇ। ਆਪੇ ਸ਼ਕਤੀ ਕਿੱਡੀ ਕੁ ਵੱਡੀ ਸ਼ਕਤੀ ਹੈ, ਉਹ ਕਿੱਡੀ ਕੁ ਵੱਡੀ ਤਾਕਤ ਹੈ। ਪਾਵਨ ਬਾਣੀ ਵਿੱਚ ਸਾਨੂੰ ਅਨੇਕਾਂ ਸ਼ਬਦ ਮਿਲ ਜਾਂਦੇ ਨੇ। ਸਤਿਗੁਰੂ ਮਹਾਰਾਜ ਜੀ ਦੇ ਕਹਿੰਦੇ ਨੇ, ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੋਂ ਪੰਡਤ ਕਰਬੋ, ਪੰਡਤ ਤੇ ਮੁਗਤਾਰੀ। ਉਹ ਚਾਹੇ ਸੁਲਤਾਨਾ ਘਾਹ ਕਰਾਇਂਦਾ, ਦਰ ਮੰਗਣ ਭਿੱਖ ਨਾ ਪਾਇਂਦਾ। ਵੱਡੇ ਵੱਡੇ ਰਾਜੇ ਸਮਾਂ ਨਹੀਂ ਲੱਗਦਾ, ਅੱਖ ਝਮਕਣ ਦੇ ਸਮੇਂ ਦੇ ਵਿੱਚ ਹੀ ਉਹ ਭਿਖਾਰੀ ਬਣਾ ਦਿੰਦਾ ਹੈ। ਤੋ ਅੱਖ ਝਮਕਣ ਦੇ ਸਮੇਂ ਦੇ ਵਿੱਚ ਹੀ ਰਾਤੋਂ ਰਾਤ ਕਹਿ ਲਵੋ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹਦੇ ਉੱਤੇ ਨਦਰ ਹੋ ਜਾਂਦੀ ਹੈ, ਜਿਹਦੇ ਉੱਤੇ ਕਿਰਪਾ ਹੋ ਜਾਂਦੀ ਹੈ, ਉਸ ਭਿਖਾਰੀ ਨੂੰ ਸਤਿਗੁਰੂ ਮਹਾਰਾਜ ਜੀ ਰਾਜ ਬਖਸ਼ਿਸ਼ ਕਰ ਦਿੰਦੇ ਆ। ਇਹ ਉਹਦੀ ਤਾਕਤ ਹੈ, ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ। ਇਸ ਲਈ ਸਦਾ ਹੀ ਮਨੁੱਖ ਨੂੰ ਉਹਦੀ ਸ਼ਕਤੀ ਦੇ ਹੇਠਾਂ ਰਹਿਣਾ ਚਾਹੀਦਾ। ਉਹਦੀ ਸ਼ਕਤੀ, ਉਹਦਾ ਜਿਹੜਾ ਹੁਕਮ ਹੈ, ਉਹਦੀ ਜਿਹੜੀ ਤਾਕਤ ਹੈ, ਉਹਦੇ ਭਾਣੇ ਦੇ ਵਿੱਚ ਰਹਿ ਕੇ ਹੀ ਉਹਨੂੰ ਮੰਨਣਾ ਚਾਹੀਦਾ ਹੈ। ਇੱਕ ਹੋਰ ਸ਼ਕਤੀ ਦਾ ਜ਼ਿਕਰ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਮੈਂ ਬੇਨਤੀ ਕਰਾਂ। ਆਪੇ ਸ਼ਕਤੀ, ਉਹ ਆਪ ਬਹੁਤ ਵੱਡੀ ਸ਼ਕਤੀ ਆ। ਉਹਦੀ ਸ਼ਕਤੀ ਦਾ ਅੰਦਾਜ਼ਾ ਆਪਾਂ ਨਹੀਂ ਲਗਾ ਸਕਦੇ। ਉਹਦੇ ਅੱਗੇ ਸਿਰ ਝੁਕਾਉਣਾ ਹੀ ਇਹ ਸਾਡੇ ਵਾਸਤੇ ਭਲਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਉਹਦੀਆਂ ਸ਼ਕਤੀਆਂ ਦੇ ਝਲਕਾਰੇ ਦੇਖਣੇ ਹੋਣ, ਉਹਦੀ ਸ਼ਕਤੀ ਨੂੰ ਕਿਨਕਾ ਕੋ ਮਾਤਰ ਦੇਖਣਾ ਹੋਵੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗੁਰੂ ਕੇ ਸਿਖਾ ਅੰਮ੍ਰਿਤ ਵੇਲੇ ਉੱਠ ਕੇ ਉਸ ਪਾਵਨ ਸ਼ਕਤੀ ਦੇ ਦੀਦਾਰ ਕਰ। ਉਹ ਸ਼ਕਤੀ ਕਿਹੜੀ ਹੈ? ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਹ ਦਸਾਂ ਪਾਤਸ਼ਾਹੀਆਂ ਜੀ ਦੀ ਸ਼ਕਤੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਹੈ। ਇਹ ਉਹਦੀ ਤਾਕਤ ਹੈ। ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ। ਜੇ ਕੋਈ ਮਨੁੱਖ ਚਾਹਵੇ ਨਾ ਵੀ ਮੈਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਸ਼ਕਤੀ ਖੋਹ ਲਵਾਂ, ਨਹੀਂ, ਉਹਦੇ ਵਿੱਚ ਇੰਨੀ ਤਾਕਤ ਨਹੀਂ ਹੈ। ਸੋ ਮਨੁੱਖ ਦੀ ਆਪੋ ਆਪਣੀ ਸੋਚ ਹੈ। ਜਪਜੀ ਸਾਹਿਬ ਦੇ ਅੰਦਰ ਹੀ ਧੰਨ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ ਕਿ ਜੇ ਕੋਈ ਬੋਲ ਵਿਗਾੜੇ, ਜੇ ਕੋਈ ਆਪਣੀ ਮਤ ਦੇ ਅਨੁਸਾਰ ਕਵੇ ਵੀ ਮੈਂ ਆਹ ਕਰ ਸਕਦਾ, ਮੈਂ ਆਹ ਕਰ ਸਕਦਾ ਹਾਂ, ਜੇਕਰ ਉਹਦੀ ਸ਼ਕਤੀ ਨੂੰ ਕੋਈ ਚੈਲੰਜ ਕਰੇ, ਸਿੱਧੀ ਸਪਸ਼ਟ ਗੱਲ, ਤੇ ਸਤਿਗੁਰੂ ਨੇ ਕਿਹਾ ਵੀ ਇਹਦੇ ਨਾਲੋਂ ਵੱਡਾ ਕੋਈ ਮੂਰਖ ਹੈ ਹੀ ਨਹੀਂ ਆ। ਆਪਾਂ ਜਪਜੀ ਸਾਹਿਬ ਦੇ ਅੰਦਰ ਹੀ ਇਹ ਪਾਵਨ ਪੰਕਤੀਆਂ ਪੜ੍ਹਦੇ ਹਾਂ। ਜੇ ਕੋ ਆਖ ਹੈ ਬੋਲ ਵਿਗਾੜ, ਜੇ ਕੋਈ ਬੋਲ ਵਿਗਾੜ ਕੇ ਆਪਣੀ ਹੋਮਿਆਂ ਦੇ ਨਾਲ ਵੀ ਕਵੇ ਵੀ ਮੈਂ ਬਹੁਤ ਵੱਡਾ ਹਾਂ, ਮੇਰੇ ਜਿੰਨਾ ਕੋਈ ਵੱਡਾ ਨਹੀਂ ਹੈ, ਮੇਰੇ ਜਿੰਨੀ ਕੋਈ ਤਾਕਤ ਨਹੀਂ ਹੈ, ਠੀਕ ਹੈ, ਇੱਕ ਦੇਸ਼ ਵਿੱਚ ਤੇਰੀ ਤਾਕਤ ਚੱਲ ਸਕਦੀ ਹੈ ਆਪਣੀ ਪ੍ਰਜਾ ਦੇ ਉੱਤੇ, ਕੋਈ 5 ਸਾਲ ਚਲਾਉਂਦਾ, ਕੋਈ 10 ਸਾਲ, ਪਰ ਕਉ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਧੰਨ ਸਤਿਗੁਰੂ ਗੁਰੂ ਕੀ ਬਾਣੀ ਵਿੱਚ ਕਹਿੰਦੇ ਨੇ, ਜਿਹੜੇ ਦੁਨੀਆ ਦੇ ਰਾਜੇ ਆ ਇਹ ਥੋੜ੍ਹੇ ਸਮੇਂ ਵਾਸਤੇ ਨੇ, ਇਹ ਕਦੋਂ ਭਿਖਾਰੀ ਬਣ ਜਾਣਾ ਇਹਨਾਂ ਦਾ ਪਤਾ ਹੀ ਨਹੀਂ ਲੱਗਣਾ। ਪਰ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਦਾ ਹੀ ਜਿਸ ਨੂੰ ਬਖਸ਼ੇ ਸਿਮਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹ ਦਾ ਪਾਤਸ਼ਾਹ ਹੈ। ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਬਾਦਸ਼ਾਹ ਦਾ ਬਾਦਸ਼ਾਹ ਹੈ। ਉਹ ਬਾਦਸ਼ਾਹ ਦਾ ਬਾਦਸ਼ਾਹ ਸਦਾ ਹੀ ਬਣਿਆ ਰਹੇਗਾ, ਕਿਉਂਕਿ ਉਹਨੂੰ ਬਾਦਸ਼ਾਹ, ਉਹਨੂੰ ਪਾਤਸ਼ਾਹ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਵਾਹਿਗੁਰੂ ਨੇ ਇਹ ਸ਼ਕਤੀ ਗੁਰੂ ਕਲਗੀਧਰ ਮਹਾਰਾਜ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਥਾਪਿਤ ਕਰ ਦਿੱਤੀ ਹੈ। ਸੋ ਇਸ ਸ਼ਕਤੀ ਨੂੰ ਕੋਈ ਬਾਹਰ ਨਹੀਂ ਕੱਢ ਸਕਦਾ, ਕੋਈ ਵਰਤ ਨਹੀਂ ਸਕਦਾ। ਹਾਂ, ਇਸ ਸ਼ਕਤੀ ਦੇ ਦਰਸ਼ਨ ਕਰਨੇ ਹੋਣ, ਬੇਅੰਤ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਸਾਹਮਣੇ ਰੱਖਦੇ ਹੈ, ਅਤੇ ਬੜੇ ਸੋਹਣੇ ਸ਼ਬਦ ਦਰਸ਼ਨ ਦੇਖ ਜੀਵਾਂ ਗੁਰ ਤੇਰਾ।
ਜਿਨ੍ਹਾਂ ਨੂੰ ਉਹ ਸ਼ਕਤੀਆਂ ਦੇ ਝਲਕਾਰੇ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਦੇ ਨਾਲ ਦਿਖਾ ਦਿੰਦਾ ਹੈ, ਉਹ ਨਿਵੇਂ ਸੁਗੌਰਾ ਹੋਏ, ਉਹ ਨਿਮਰਤਾ ਦੇ ਵਿੱਚ ਆ ਜਾਂਦਾ ਹੈ, ਉਹਦੇ ਬੋਲਾਂ ਦੇ ਵਿੱਚ ਮਿਠਾਸ ਭਰ ਜਾਂਦੀ ਹੈ। ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਇਹ ਬਹੁਤ ਵੱਡਾ ਗੁਣ ਹੈ, ਅਕਾਲ ਪੁਰਖ ਵਾਹਿਗੁਰੂ ਦਾ ਗੁਣ ਹੈ। ਸੋ ਜਿਹੜਾ ਉਹਦੀ ਭਗਤੀ ਕਰਦਾ ਹੈ, ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਕਾਮਦੇ। ਨਾਨਕ ਕਰਮਾਂ ਬਾਹਰੇ, ਜਿਹੜੇ ਉਹਦੀ ਨਜ਼ਰ ਤੋਂ ਬਾਹਰ ਨੇ, ਦਰ ਢੋ ਨਾ ਲੈਂਦੀ ਤਾਮਦੇ, ਉਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਸੰਸਾਰ ਦੇ ਵਿੱਚ ਵੀ ਉਹਨਾਂ ਨੂੰ ਧੱਕੇ ਪੈਂਦੇ ਨੇ, ਲਾਹਣਤਾਂ ਪੈਂਦੀਆਂ ਨੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਤੋਂ ਵਾਂਝੇ ਰਹਿ ਜਾਂਦੇ ਆ, ਜਿਨ੍ਹਾਂ ਨੂੰ ਪਤਾ ਨਹੀਂ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਤਾਕਤ ਹੈ ਉਹਦੀ ਵਡਿਆਈ ਬਹੁਤ ਹੈ, ਤੇ ਜਿਹੜੇ ਉਹਦੀ ਤਾਕਤ ਅੱਗੇ, ਉਹਦੀ ਸ਼ਕਤੀ ਅੱਗੇ ਸਿਰ ਨਵਾਉਂਦੇ ਆ। ਸੋ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਕਹਿੰਦੇ ਆ ਵੀ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਇੰਨੀ ਤਾਕਤ ਹੈ, ਉਹਦੀਆਂ ਵਡਿਆਈਆਂ ਨੂੰ ਤੂੰ ਗਾਉਣਾ ਕਰ। ਆਸਾ ਕੀ ਵਾਰ ਆਪਾਂ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਉਹਦੀ ਤਾਕਤ ਦਾ ਜ਼ਿਕਰ ਕੀਤਾ ਹੈ, ਉਹਦੀ ਵਡਿਆਈਆਂ ਨੂੰ ਗਾ ਕੇ ਕਹਿਣ ਲੱਗੇ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਜੇਕਰ ਕੋਈ ਮਨੁੱਖ ਵਡਿਆਈਆਂ ਵੀ ਉਚਾਰਨ ਕਰਨ ਲੱਗ ਪਵੇ ਨਾ ਭਾਈ, ਤਾਂ ਵੀ ਉਹ ਗਿਣੀਆਂ ਨਹੀਂ ਜਾ ਸਕਦੀਆਂ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਆਪਣੇ ਪਾਵਨ ਸ਼ਬਦ ਅੰਦਰ ਇਹੋ ਗੱਲ ਆਖੀ, ਹੇ ਇਨਸਾਨ, ਹੇ ਮਨੁੱਖ, ਹੇ ਗੁਰੂ ਕੇ ਪਿਆਰਿਆ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸ਼ਕਤੀ ਹੈ, ਉਹਦਾ ਸਾਰਾ ਪਸਾਰਾ ਜਗਤ ਵਿੱਚ ਉਹਦਾ ਆਪਣਾ ਹੀ ਰਚਿਆ ਹੋਇਆ ਹੈ, ਬਣਾਇਆ ਹੋਇਆ ਹੈ। ਆਸਾ ਕੀ ਵਾਰ ਵਿੱਚ ਆਪਾਂ ਇਹ ਬਚਨ ਪੜ੍ਹਦੇ ਹਾਂ, ਆਪੀ ਨੈ ਆਪ ਸਾਜਿਓ, ਉਹਦੀ ਸ਼ਕਤੀ ਆ, ਆਪੀ ਨੈ ਰਚਿਓ ਨਾਉ। ਕੋਈ ਮਨੁੱਖ ਕਵੇ ਨਾ ਵੀ ਮੈਂ ਜੇਕਰ ਗੌੜ ਕਵਾਂ, ਅੱਲਾ ਕਵਾਂ, ਸ਼ਾਇਦ ਮੈਨੂੰ ਪਰਮਾਤਮਾ ਭਗਵਾਨ ਇਸ ਤਰੀਕੇ ਨਾਲ ਮਿਲ ਪਵੇ, ਪਰ ਉਸ ਅਕਾਲ ਪੁਰਖ ਦੇ ਨਾਮ ਜਿਹੜੇ ਆ ਉਹ ਬੇਅੰਤ ਨੇ। ਕੀਰਤਮ ਨਾਮ ਕਥੇ ਤੇਰੀ ਜਿਹਬਾ, ਸਤਨਾਮ ਤੇਰਾ ਪਰਾਪੂਰ ਬੜਾ। ਜਿਹੜਾ ਸਤਨਾਮ ਵਾਹਿਗੁਰੂ ਆਪਾਂ ਨਾਮ ਜਪਦੇ ਆ ਨਾ ਗੁਰੂ ਕੇ ਪਿਆਰਿਓ, ਇਹ ਅਕਾਲ ਪੁਰਖ ਵਾਹਿਗੁਰੂ ਦਾ ਬੜਾ ਪੁਰਾਤਨ ਨਾਮ ਹੈ, ਸਤਨਾਮ ਵਾਹਿਗੁਰੂ। ਇਸ ਕਰਕੇ ਇਸ ਨਾਮ ਦੇ ਜਪਣ ਕਰਕੇ ਕੀ ਹੁੰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਕੋਈ। ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੋ ਵਾਹਿਗੁਰੂ ਪਰਮੇਸ਼ਰ ਸਰੂਪ ਹੈ, ਜੋ ਸਤਨਾਮ ਪਰਮੇਸ਼ਰ ਅਕਾਲ ਪੁਰਖ ਸਰੂਪ ਹੈ, ਉਹਦੀ ਵਡਿਆਈ ਗਾ ਕੇ ਜਿਹੜੀ ਤੇਰੇ ਅੰਦਰ ਹੋਮੈ ਦੀ ਮੈਲ ਭਰੀ ਹੈ ਨਾ, ਇਹ ਉਤਰ ਜਾਵੇ। ਭਰੀਆ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵਾਂ ਕੈ ਰੰਗ। ਇਹ ਨਾਮ ਦੇ ਰੰਗ ਦੇ ਨਾਲ ਹੀ, ਇਹ ਨਾਮ ਦੀ ਸ਼ਕਤੀ ਦੇ ਨਾਲ ਹੀ ਜਿਹੜੀ ਹੋਮੈ ਤੇਰੇ ਮਨ ਦੇ ਵਿੱਚ ਲੱਗੀ ਆ ਨਾ, ਟਿਕੀ ਹੋਈ ਆ, ਜਿਹੜੀ ਤੈਨੂੰ ਗੁਰਦੁਆਰੇ ਟਿਕਣ ਨਹੀਂ ਦਿੰਦੀ, ਬੈਠਣ ਨਹੀਂ ਦਿੰਦੀ, ਬਾਣੀ ਨਹੀਂ ਪੜ੍ਹਨ ਦਿੰਦੀ, ਸੇਵਾ ਨਹੀਂ ਕਰਨ ਦਿੰਦੀ, ਸਿਮਰਨ ਦੇ ਵਿੱਚ ਤੇਰਾ ਮਨ ਨਹੀਂ ਲੱਗਦਾ। ਕਾਰਨ ਇੱਕੋ ਹੀ ਹੈ, ਕਿਤੇ ਨਾ ਕਿਤੇ ਤੇਰੇ ਮਨ ਦੇ ਵਿੱਚ ਹਉਮੈ ਦਾ ਵਸ, ਹਉਮੈ ਦਾ ਕੰਢਾ, ਇਹ ਜਦੋਂ ਚੁੱਭਦਾ ਤੂੰ ਭੱਜਦਾ ਹੈ। ਸੋ ਜਿੱਦਣ ਇਹ ਚੁੱਭਣੋਂ ਹਟ ਗਿਆ, ਜਿੱਦਣ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ, ਤੂੰ ਉਹਦੀ ਸ਼ਕਤੀ ਦੇ ਅੱਗੇ ਸਿਰ ਨਿਵਾ ਦਿੱਤਾ ਨਾ ਵੀ ਇਹ ਅਕਾਲ ਪੁਰਖ ਵਾਹਿਗੁਰੂ ਜੀਓ, ਤੇਰੀਆਂ ਸਭ ਦਿੱਤੀਆਂ ਹੋਈਆਂ ਦਾਤਾਂ ਨੇ। ਇਹ ਸਰੀਰ ਤੇਰਾ ਦਿੱਤਾ ਹੋਇਆ ਹੈ, ਰਿਜ਼ਕ ਤੇਰਾ ਦਿੱਤਾ ਹੋਇਆ ਹੈ, ਇਹ ਜ਼ਮੀਨਾਂ ਜਾਇਦਾਦਾਂ, ਮਹੱਲ, ਕੋਠੀਆਂ, ਬੰਗਲੇ, ਇਹ ਕਾਰਾਂ ਇਦ ਆਦਿਕ, ਆ ਜਿੰਨਾ ਕੁਝ ਵੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਤੁਹਾਡਾ ਹੀ ਆ। ਪਰ ਕਵੇਗਾ ਕੌਣ? ਜਿਹੜਾ ਗੁਰੂ ਦੇ ਡਰ ਦੇ ਵਿੱਚ, ਜਿਹੜਾ ਗੁਰੂ ਦੇ ਭੈ ਦੇ ਵਿੱਚ, ਜਿਹੜਾ ਗੁਰੂ ਦੀ ਭਾਵਨਾ ਦੇ ਵਿੱਚ ਹੋਵੇਗਾ, ਉਹਨੂੰ ਇਹ ਸ਼ਬਦ ਚੇਤੇ ਹੋਣਗੇ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਈ ਖਾਏ। ਇਹ ਸ਼ਬਦ ਬਾਣੀ ਦੇ ਵਿੱਚ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋੜ ਨਾ ਆਵੇ, ਅਗਣਤ ਭਰੇ ਭੰਡਾਰ। ਜਿਸ ਦਾ ਦਿੱਤਾ ਖਾਵਣਾ, ਜਿਸ ਦਾ ਦਿੱਤਾ ਹੋਇਆ, ਇਹ ਇਨਸਾਨ ਅਕਾਲ ਪੁਰਖ ਵਾਹਿਗੁਰੂ ਦਾ ਸਭ ਕੁਝ ਦਿੱਤਾ ਹੋਇਆ ਹੈ, ਇਹ ਤੇਰਾ ਨਹੀਂ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਹੈ, ਇਹ ਤੈਨੂੰ ਨਹੀਂ ਦਿੱਤਾ, ਇਹ ਉਹ ਸਾਰਿਆਂ ਨੂੰ ਦੇ ਰਿਹਾ ਹੈ। ਸੋ ਉਹਦੇ ਅੱਗੇ ਸਿਰ ਨਵਾ, ਇਹਨੂੰ ਸ਼ਕਤੀ ਨਾ ਸਮਝ, ਇਹ ਬਹੁਤ ਹੀ ਕਿਨਕਾ ਕੋ ਮਾਤਰ ਹੈ ਉਹਦੇ ਘਰ ਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਇਹਨੂੰ ਵੰਡ ਕੇ ਛਕ, ਖਾਵੇਂ ਖਰਚਾ
रल मिल भाई टोट ना आवे वधदो जाए। ਜਿਹੜੇ ਮਨੁੱਖ ਧਨ ਇਕੱਠਾ ਕਰੀ ਜਾਂਦੇ ਨੇ ਸਤਿਗੁਰੂ ਕਹਿੰਦੇ ਇੱਕ ਦਿਨ ਇਹ ਜ਼ਹਿਰ ਬਣ ਜਾਂਦਾ। ਆਖੋ ਸਤਨਾਮ ਵਾਹਿਗੁਰੂ। ਜੇਕਰ ਇਹਨਾਂ ਨੂੰ ਤੂੰ ਗਰੀਬਾਂ ਲੋੜਵੰਦਾਂ ਦੇ ਵਾਸਤੇ ਖਰਚਿਆ ਨਾ, ਵਿੱਚ ਦੁਨੀਆ ਸੇਵ ਕਮਾਈ ਆ ਤਾਂ ਦਰਗਾਹ ਬੈਸਣ ਪਾਈ ਆ, ਤਾਂ ਤੇਰਾ ਵਾਸਾ ਫਿਰ ਦਰਗਾਹ ਦੇ ਵਿੱਚ ਨਾ ਹੋਵੇਗਾ। ਇਹ ਸੱਪ ਬਣੇਗੀ ਮਾਇਆ। ਇਸ ਲਈ ਇਸ ਤੋਂ ਬਚਣ ਦਾ ਤਰੀਕਾ ਸਿਰਫ ਇੱਕੋ ਹੀ ਆ ਭਾਈ, ਇਹਨੂੰ ਵੰਡ ਕੇ ਛਕ। ਦੁਨੀ ਚੰਦ ਨੂੰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ, ਮਲਕ ਭਾਗੋ ਨੂੰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ, ਜਦੋਂ ਪੁੱਛਿਆ ਇਹ ਧਨ ਪਦਾਰਥ ਕਾਹਦੇ ਵਾਸਤੇ ਇਕੱਠਾ ਕੀਤਾ? ਇੰਨਾ ਕੁਝ ਧੱਕਾ ਕਰਕੇ ਲੋਕਾਂ ਦਾ ਲਹੂ ਨਿਚੋੜ ਕੇ ਇਹ ਵਾਧਾ ਸੀਸਾਂ ਲਈਆਂ ਹੀ, ਇਹ ਨਾਲ ਨਹੀਂ ਜਾਣਾ। ਇਹ ਜਿਹੜਾ ਕਰਪਸ਼ਨ ਦਾ ਜਿਹੜਾ ਧਨ ਹੈ, ਇਹਨੇ ਇੱਥੇ ਹੀ ਗਲ ਸੜ ਜਾਣਾ ਹੈ, ਇਹਨੇ ਤੈਨੂੰ ਵੀ ਗਾਲ ਦੇਣਾ ਹੈ। ਤੇ ਮਲਕ ਭਾਗੋ ਨੇ ਕਿਹਾ ਦੋਵੇਂ ਹੱਥ ਜੋੜ ਕੇ। ਦੁਨੀ ਚੰਦ ਨੇ ਵੀ ਕਿਹਾ ਸਤਿਗੁਰੂ ਮਹਾਰਾਜ ਜੀ ਦੱਸੋ ਇਸ ਤੋਂ ਬਚਣ ਦਾ ਤਰੀਕਾ। ਇਹ ਤਾਂ ਦਿਨ ਰਾਤ ਹੀ ਮੇਰੇ ਚਿੱਤ ਦੇ ਵਿੱਚ, ਮੇਰੇ ਮਨ ਦੇ ਵਿੱਚ ਆਉਂਦੇ ਆ, ਮੈਨੂੰ ਬਹੁਤ ਸਤਾਉਂਦੇ ਆ, ਮੈਨੂੰ ਬਹੁਤ ਪਹੁੰਚਾਉਂਦੇ ਆ। ਇੱਕ ਮਿੰਟ ਦੇ ਵਾਸਤੇ ਵੀ ਇਹ ਮੈਨੂੰ ਟਿਕਣ ਨਹੀਂ ਦਿੰਦੇ। ਸਤਿਗੁਰੂ ਮਹਾਰਾਜ ਜੀ ਨੇ ਫਿਰ ਸ਼ਬਦ ਦਾ ਸਹਾਰਾ ਦਿੱਤਾ, ਮੂਲ ਮੰਤਰ ਦਾ ਜਾਪ ਦਿੱਤਾ। ਜਪਜੀ ਸਾਹਿਬ ਦਾ ਪਾਠ ਕਰਨ ਦੇ ਵਾਸਤੇ ਗੁਰੂ ਕੇ ਪਿਆਰਿਆਂ ਨੂੰ ਕਿਹਾ। ਸੋ ਜਿੱਥੇ ਜਿੱਥੇ ਵੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਜਾਂਦੇ ਮੂਲ ਮੰਤਰ ਦਿੰਦੇ, ਵਾਹਿਗੁਰੂ ਗੁਰਮੰਤਰ ਦਿੰਦੇ। ਇਹ ਭਾਈ ਇਹਦੇ ਵਿੱਚ ਬਹੁਤ ਸ਼ਕਤੀ ਆ, ਇਹਦੇ ਵਿੱਚ ਬਹੁਤ ਵਾਸਾ ਹੈ। ਕੌਡਾ ਰਾਕਸ਼ਸ ਜਿਹਾ ਮੂਲ ਮੰਤਰ ਦੇ ਪਾਠ ਦੇ ਨਾਲ ਵਸ ਵਿੱਚ ਹੋ ਗਿਆ। ਗੁਰਮੰਤਰ ਸਤਿਗੁਰੂ ਮਹਾਰਾਜ ਜੀ ਜਿੱਥੇ ਵੀ ਜਾਂਦੇ ਨਾਮ ਬਾਣੀ ਦੇ ਛਿੱਟੇ ਦਿੰਦੇ। ਜਿੱਥੇ ਜਿੱਥੇ ਵੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਉਦਾਸੀਆਂ ਕੀਤੀਆਂ ਨੇ, ਕੋਈ ਸ਼ੈਤਾਨ ਆ ਗਿਆ ਵੱਡੇ ਤੋਂ ਵੱਡਾ, ਕੋਈ ਚੋਰ ਆ ਗਿਆ, ਕੋਈ ਸੱਜਣ ਠੱਗ ਜਿਹਾ ਲੁਟੇਰਾ ਆ ਗਿਆ, ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਕੀ ਸੀ? ਸ਼ਬਦ ਹੀ ਸੀ। ਉਹ ਧਨ ਪਦਾਰਥ ਦੇ ਕੇ ਨਹੀਂ ਸੀ ਆਪਣੀ ਜਾਨ ਛਡਾਉਂਦੇ। ਜਿੱਦਾਂ ਅੱਜ ਕੋਈ ਬੰਦਾ ਸਾਡੇ ਗੱਲ ਦੇ ਵਿੱਚ ਪੈ ਜਾਵੇ, ਗੱਲ ਪੈ ਜਾਵੇ, ਕੋਈ ਚੋਰੀ ਕਰ ਲਵੇ ਜਾਂ ਸਾਨੂੰ ਮਾਰਨ ਲਈ ਤਿਆਰ ਹੋਵੇ, ਆਪਾਂ ਕਹਿੰਦੇ ਵੀ ਧਨ ਪਦਾਰਥ ਲੈ ਲਓ, ਸਾਨੂੰ ਜਾਣ ਦੇ। ਇਹ ਤਰੀਕਾ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਉੱਤੇ ਵੀ ਵਰਤਿਆ। ਸਤਿਗੁਰੂ ਮਹਾਰਾਜ ਜੀ ਨੇ ਸੋਨਾ ਨਹੀਂ ਦਿੱਤਾ ਵੀ ਮੈਨੂੰ ਛੱਡ ਦੇ। ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਦਾਤ ਦਿੱਤੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਸ਼ਬਦ ਦੇ ਵਿੱਚ ਇੰਨੀ ਤਾਕਤ ਹੈ, ਦੁਨੀਆ ਦੇ ਜਿੰਨੇ ਵੀ ਧਨ ਪਦਾਰਥ ਨੇ ਮਹਿੰਗੇ ਤੋਂ ਮਹਿੰਗਾ, ਸਾਡਾ ਇਹ ਭਰਮ ਬਣਿਆ ਵੀ ਸ਼ਾਇਦ ਸਾਡੀ ਇਹਦੇ ਨਾਲ ਜਾਨ ਸੌਖੀ ਹੋ ਜਾਊ। ਨਾ ਭਾਈ, ਆ ਦੇਖੋ ਜਿੱਦਾਂ ਦਾ ਸਮਾਂ ਚੱਲਿਆ, ਲੋਕੀ ਕਹਿਣ ਲੱਗੇ ਵੀ ਜਿੰਨਾ ਧਨ ਪਦਾਰਥ ਚਾਹੀਦਾ ਲੈ ਲਾ, ਪਰ ਮੇਰੀ ਜਾਨ ਮੈਨੂੰ ਦੇ ਦੇ, ਮੇਰੀ ਜਾਨ ਬਚਾ ਲੈ। ਪਰ ਜਾਨ ਕਿਹਨੇ ਬਚਾਈ? ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਨੇ। ਜਿਹਨੇ ਉਹਦਾ ਡਰ ਮੰਨਿਆ, ਜਿਹੜਾ ਉਹਦੀ ਸੇਵਾ ਦੇ ਵਿੱਚ ਰਿਹਾ, ਜਿਹਨੇ ਉਹਦਾ ਸਿਮਰਨ ਕੀਤਾ। ਸੋ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਵਿੱਚ ਇੰਨੀ ਤਾਕਤ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੂਰਾ ਸਵਰੂਪ ਇਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਦਸਾਂ ਪਾਤਸ਼ਾਹਾਂ ਜੀ ਦੀ ਤਾਕਤ ਹੈ, ਇਤਨੀ ਤਾਕਤ ਭਰੀ ਹੈ। ਸੋ ਸਾਨੂੰ ਪਤਾ ਹੀ ਨਹੀਂ ਆ, ਆਪਾਂ ਛੱਡ ਕੇ ਸਤਿਗੁਰੂ ਮਹਾਰਾਜ ਜੀ ਨੂੰ ਹੋਰ ਹੀ ਕਿਤੇ ਭਟਕਦੇ ਫਿਰਦੇ ਆ। ਆਪਾਂ ਸਮਝਦੇ ਵੀ ਸਾਧ ਇਹ 5 ਪੀਰ 10 ਪੀਰ ਸ਼ਹੀਦ ਇਹਦੇ ਨਾਲੋਂ ਜ਼ਿਆਦਾ ਤਾਕਤ। ਨਾ ਭਾਈ, ਇਹ ਤੇ ਬਾਅਦ ਦੇ ਵਿੱਚ ਆ। ਇਹ ਬਾਅਦ ਦੇ ਵਿੱਚ ਰਿੱਧ ਸਿੱਧ ਅਵਰਾ ਸਾਧ ਗੁਰੂ ਨਾਨਕ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹ ਕੇ ਤਾਂ ਦੇਖੋ, ਆਪਾਂ ਬਹੁਤਿਆਂ ਨੇ ਬਾਣੀ ਨਹੀਂ ਪੜ੍ਹੀ, ਤਾਂਹੀਓ ਤਾਂ ਆਪਾਂ ਭਰਮਾਂ ਦੇ ਵਿੱਚ ਭਟਕਦੇ ਫਿਰਦੇ ਹਾਂ, ਦੁਖੀ ਹਾਂ, ਚਿੰਤਾਵਾਂ ਦੇ ਵਿੱਚ, ਸਮੱਸਿਆਵਾਂ ਦੇ ਵਿੱਚ। ਸਤਿਗੁਰੂ ਕਹਿੰਦੇ ਚਿੰਤਾ ਤਾਂ ਕੀ ਕੀਜੀਆ ਜੋ ਅਨਹੋਣੀ ਹੋਏ, ਨਾ ਕਰ ਚਿੰਤ ਚਿੰਤਾ ਹੈ ਕਰਤੇ। ਤੂੰ ਚਿੰਤਾ ਨਾ ਕਰ, ਚਿੰਤਤ ਹੀ ਦੀਸੈ ਸਭ ਕੋਏ। ਇੱਕੋ ਚੇਤ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਜਿੱਦਣ ਤੈਨੂੰ ਅਕਾਲ ਪੁਰਖ ਵਾਹਿਗੁਰੂ ਤੇਰੇ ਚਿੱਤ ਦੇ ਵਿੱਚ, ਚੇਤੇ ਦੇ ਵਿੱਚ ਆ ਗਿਆ, ਤੈਨੂੰ ਉਹਦੀ ਸ਼ਕਤੀ, ਉਹਦੀ ਤਾਕਤ ਦਿਸਣ ਲੱਗ ਪਵੇਗੀ ਵੀ ਉਹਦਾ ਦੁਨੀਆ ਦੇ ਵਿੱਚ ਬਰਾਬਰ ਦਾ ਕੋਈ ਵੀ ਨਹੀਂ ਆ। ਕੋਈ ਵੀ ਨਹੀਂ ਉਹਦੇ ਬਰਾਬਰ ਦਾ ਦੁਨੀਆ ਦੇ ਵਿੱਚ। ਪਰ ਹੋਵੇਗਾ ਤਾਂ ਜਿੱਦਣ ਤੂੰ ਸਤਿਗੁਰੂ ਮਹਾਰਾਜ ਜੀ ਦੀ ਸ਼ਕਤੀ ਨੂੰ ਸਿਰ ਨਵਾ ਦਿੱਤਾ, ਜਿੱਦਣ ਤੂੰ ਮੰਨ ਲਿਆ। ਜਪਜੀ ਸਾਹਿਬ ਅੰਦਰ ਸਤਿਗੁਰੂ ਮਹਾਰਾਜ ਜੀ ਨੇ 4 ਪੌੜੀਆਂ ਮੰਨਣ ਦੀਆਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਭਾਈ। ਇਹ ਕੁਝ ਕਾਰਨ ਹੈ, ਇਹ ਵਜ੍ਹਾ ਹੈ। 4 ਵਾਰ ਮੈਂ ਅਕਸਰ ਬੇਨਤੀ ਕਰਦਾ ਗੁਰੂ ਕੇ ਪਿਆਰ ਵਾਲਿਓ, ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ। ਤੇ ਸਮਝਾਉਂਦਾ ਕਿਹੜਾ ਵਾ? ਜਿਹਨੂੰ ਫਿਕਰ ਹੋਵੇ, ਜਿਹਨੂੰ ਚਿੰਤਾ ਹੋਵੇ ਆਪਣੀ ਪ੍ਰਜਾ ਦਾ,
ਆਪਣੇ ਸਿੱਖਾਂ ਸੇਵਕਾਂ ਦਾ ਜਿਹਨੂੰ ਫਿਕਰ ਹੋਵੇ। 4 ਵਾਰ ਸਤਿਗੁਰੂ ਮਹਾਰਾਜ ਜੀ ਨੇ ਸੁਣਾਇਆ ਜਪਜੀ ਸਾਹਿਬ, ਤੇ 4 ਵਾਰ ਸਤਿਗੁਰੂ ਮਹਾਰਾਜ ਜੀ ਨੇ ਮਨਾਇਆ। ਤੇ ਜਦੋਂ ਇਹ ਦੋਨੇ ਗੱਲਾਂ ਗੁਰੂ ਕੇ ਸਿੱਖ ਦੇ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਘਿਰ ਕਰ ਗਈਆਂ, ਜਦੋਂ ਮੰਨ ਲਈਆਂ, ਸਤਿਗੁਰੂ ਕਹਿੰਦੇ ਇਹ ਪ੍ਰਵਾਨ ਹੋ ਗਏ, ਇਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ। ਫਿਰ ਅਗਲੀ ਪੌੜੀ ਸਤਿਗੁਰੂ ਮਹਾਰਾਜ ਜੀ ਨੇ ਉਸ ਗੁਰੂ ਕੇ ਸਿੱਖ ਦੇ ਵਾਸਤੇ ਉਚਾਰਨ ਕੀਤੀ ਆ, ਜਿਨਨੇ ਸੁਣ ਕੇ ਮੰਨ ਲਿਆ। 5 ਪ੍ਰਵਾਨ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਇਹ 5 ਜਨ ਨੇ, ਇਹ ਪ੍ਰਧਾਨ ਨੇ, ਇਹ ਗੁਰੂ ਕੇ ਪਿਆਰੇ ਆ। 5 ਪਾਵੈ ਦਰਗਾਹ ਮਾਨ, ਦਰਗਾਹ ਦੇ ਵਿੱਚ ਉਹਨਾਂ ਦਾ ਵਾਸਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਹਨਾਂ ਦਾ? ਜਿਨ੍ਹਾਂ ਨੇ ਜਪਜੀ ਸਾਹਿਬ ਨੂੰ ਸੁਣਿਆ, ਜਿਨ੍ਹਾਂ ਨੇ ਜਪਜੀ ਸਾਹਿਬ ਨੂੰ ਸੁਣ ਕੇ ਮੰਨ ਲਿਆ। ਤੇ ਮੰਨਿਆ ਕਿੱਦਾਂ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਤਿਗੁਰੂ ਕਹਿੰਦੇ ਕਿ ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ। ਜੇਕਰ ਤੇਰੇ ਕੋਲ ਪੈਸਾ ਨਹੀਂ ਹੈ, ਕੋਈ ਸਾਧਨ ਨਹੀਂ ਹੈ, ਮੈਂ ਤੇਰੇ ਵਾਸਤੇ 68 ਤੀਰਥਾਂ ਦਾ ਇਸ਼ਨਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੀ ਕਰਵਾ ਦਿੰਦਾ। ਸਤਿਗੁਰੂ ਕਹਿੰਦੇ ਸਿੱਖਾ ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਤੂੰ ਫਿਕਰ ਨਾ ਕਰ। ਤੇਰੀ ਚਿੰਤਾ ਨੂੰ ਦੂਰ ਕਰਨ ਵਾਲਾ, ਤੇਰਾ ਫਿਕਰ ਕਰਨ ਵਾਲਾ ਗੁਰੂ ਕਲਗੀਧਰ ਮਹਾਰਾਜ। ਦੇਖੋ ਕਿੰਨਾ ਫਿਕਰ ਕੀਤਾ। ਅਨੰਦਪੁਰ ਸਾਹਿਬ ਛੱਡਿਆ, ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਮਾਤਾਵਾਂ ਪਿਤਾ ਸਤਿਗੁਰੂ ਮਹਾਰਾਜ ਜੀ ਨੇ ਸਾਰਾ ਸਰਬੰਸੀ ਵਾਰ ਦਿੱਤਾ। ਕਾਹਦੇ ਵਾਸਤੇ? ਸਾਡਾ ਫਿਕਰ ਸੀ। ਸਤਿਗੁਰੂ ਕਹਿੰਦੇ ਆ ਵੀ ਪੰਥ ਵਸੇ ਮੈਂ ਉਜੜਾਂ, ਮਨ ਚਾਉ ਘਨੇਰਾ, ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਗੁਰੂ ਕਲਗੀਧਰ ਮਹਾਰਾਜ ਤੇਰਾ ਬਹੁਤ ਵੱਡਾ ਜੇਰਾ, ਤੇਰਾ ਬਹੁਤ ਵੱਡਾ ਜਿਗਰਾ ਹੈ। ਆਪਾਂ ਤੇਰਾ ਕਰਜ਼ਾ ਨਹੀਂ ਲਾ ਸਕਦੇ, ਪਰ ਕੋਸ਼ਿਸ਼ ਹੈ ਜਿਹੜਾ ਹੁਕਮ ਤੂੰ ਸਾਨੂੰ ਬਖਸ਼ਿਸ਼ ਕੀਤਾ ਨਾ ਵੀ ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰੂ ਕਲਗੀਧਰ ਮਹਾਰਾਜ ਜੀਓ ਸਾਡੇ ਜੀਵਾਂ ਉੱਤੇ ਕਿਰਪਾ ਕਰੋ, ਤਰਸ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ ਬਖਸ਼ੋ। ਸਾਨੂੰ ਸਮਝ ਨਹੀਂ ਆ ਰਿਹਾ, ਆ ਦੁਨਿਆਵੀ ਰੰਗ ਤਮਾਸ਼ਿਆਂ ਦੇ ਵਿੱਚ ਸਾਡੀ ਮੱਤ ਮਾਰੀ ਗਈ ਆ। ਸਤਿਗੁਰੂ ਮਹਾਰਾਜ ਜੀਓ ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਬਹੁਤ ਵੱਡੇ ਹੋ, ਤੁਹਾਡੀ ਮੱਤ ਬਹੁਤ ਵੱਡੀ ਆ, ਤੁਹਾਡੀ ਸ਼ਕਤੀ ਬਹੁਤ ਵੱਡੀ ਆ, ਤੁਸੀਂ ਸਾਰੇ ਸੰਸਾਰ ਦਾ ਭਲਾ ਚਾਹੁੰਦੇ ਹੋ। ਪਰ ਮੇਰੀ ਮੱਤ ਥੋੜ੍ਹੀ ਰਾਮ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ, ਪਾਲੈ ਅਕਿਰਤ ਘਣਾ। ਜਿਹੜੇ ਤੈਨੂੰ ਨਹੀਂ ਨਾ ਜਪਦੇ ਅਕਾਲ ਪੁਰਖ ਵਾਹਿਗੁਰੂ ਜੀਓ, ਤੂੰ ਉਹਨਾਂ ਦੀ ਵੀ ਪਾਲਣਾ ਕਰਦਾ, ਉਹਨਾਂ ਨੂੰ ਵੀ ਤੂੰ ਭੁੱਖਿਆ ਨਹੀਂ ਮਾਰਦਾ। ਦੇਖੋ ਦੁਨੀਆ ਦੇ ਵਿੱਚ ਬਹੁਤੇ ਬੰਦੇ ਇੱਦਾਂ ਦੇ ਆ, ਬਹੁਤੇ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਬਾਗੀ ਆ, ਜਿਹੜੇ ਜਪਦੇ ਨਹੀਂ। ਕੀ ਗੱਲ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਭੁੱਖਾ ਮਾਰਦਾ? ਨਾ ਭਾਈ, ਉਹਦਾ ਨਹੀਂ ਆ ਇਹ ਬਿਰਦ, ਉਹਦਾ ਸੁਭਾਅ ਨਹੀਂ। ਹੰਬਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਵਰਗਾ ਨਹੀਂ ਆ। ਸਤਿਗੁਰੂ ਨੇ ਕਹਿੰਦੇ ਨੇ ਵੀ ਇਹ ਮਤਾਂ ਆਪਣੇ ਮਨ ਦੇ ਵਿੱਚ ਭੁੱਲ ਰੱਖੀ ਵੀ ਉਹਦੀ ਕਿਸੇ ਨਾਲ ਦੁਸ਼ਮਣੀ ਹੈ, ਉਹ ਦੁਸ਼ਮਣੀ ਕੱਢਦਾ ਹੈ। ਉਹਦਾ ਕੋਈ ਵੀ ਦੁਸ਼ਮਣ ਨਹੀਂ ਆ, ਨਾ ਕੋਈ ਦੁਸ਼ਮਣ ਦੁਖੀ ਆ, ਨਾ ਹੀ ਕੋਈ ਮੰਦਾ। ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਕਦੀ ਬਾਣੀ ਪੜ੍ਹ ਕੇ ਤਾਂ ਦੇਖੋ, ਕਦੀ ਜਪਜੀ ਸਾਹਿਬ ਦੀ ਪਾਵਨ ਬਾਣੀ ਤਾਂ ਪੜ੍ਹ ਕੇ ਦੇਖੀਏ। ਸਤਿਗੁਰੂ ਮਹਾਰਾਜ ਜੀ ਦੀ ਸ਼ਕਤੀਆਂ ਦੇ ਝਲਕਾਰੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸ਼ਕਤੀ ਆ, ਜਿਤ ਸ਼ਕਤੀ ਦਾ ਜ਼ਿਕਰ ਅੱਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਰ ਲਏ ਨੇ। ਤੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਵੀ ਸਾਨੂੰ ਸ਼ਕਤੀਆਂ ਦੇ ਦਿਦਾਰੇ ਹੁੰਦੇ। ਆਪਾਂ ਪੜ੍ਹਦੇ ਹਨ ਤਪਤ ਮਾਹੇ ਠਾਂਡ ਵਰਤਾਈ। ਇਹ ਕੀ ਹੈ? ਬਾਹਰੋਂ ਤਾਂ ਏਸੀ ਲਾ ਕੇ ਠੰਡੇ ਪਦਾਰਥ ਖਾ ਕੇ ਸਰੀਰ ਤਾਂ ਠੰਡਾ ਕੁਝ ਸਮੇਂ ਤੱਕ ਕਰ ਲਵਾਂਗੇ, ਸਦਾ ਵਾਸਤੇ ਨਹੀਂ, ਕੁਝ ਘੰਟਿਆਂ ਵਾਸਤੇ। ਪਰ ਜਿਹੜਾ ਮਨ ਹੈ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਵਿਕਾਰਾਂ ਦੇ ਵਿੱਚ, ਏਸੀ ਦੇ ਵਿੱਚ ਵੀ ਤਪਿਆ ਹੋਇਆ ਹੈ। ਇਹਨੂੰ ਜੋ ਕੁਝ ਮਰਜ਼ੀ ਛਕਾਈ ਜਾਵੋ, ਇਹ ਫਿਰ ਅੰਦਰੋਂ ਸੜ ਰਿਹਾ ਏ, ਬਲ ਰਿਹਾ ਏ। ਸਤਿਗੁਰੂ ਮਹਾਰਾਜ ਜੀ ਉਹ ਇਹਨੂੰ ਕਿਹੜਾ ਪਦਾਰਥ ਚਾਹੀਦਾ, ਉਹ ਪਦਾਰਥ ਕਿਹੜਾ ਹੈ? ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਉਹ ਸ਼ਬਦ ਦਾ ਹੈ। ਤਪਤ ਮਾਏ ਠਾਂਡ ਵਰਤਾਈ, ਆਨੰਦ ਭਿਆ ਦੁੱਖ ਨਾਠੇ ਪਾਈ। ਇਹ ਦੁੱਖ ਦੇ ਤੱਤੇ ਝਲਕਾਰੇ ਦੇ ਵਿੱਚੋਂ ਲੰਘ ਰਿਹਾ, ਇਹ ਤੱਤੀ ਹਵਾ ਦੇ ਵਿੱਚੋਂ ਲੰਘ ਰਿਹਾ ਹੈ। ਉਹ ਕਿਹੜੀਆਂ ਤੱਤੀਆਂ ਹਵਾਵਾਂ ਨੇ? ਦੁੱਖ ਨੇ, ਰੋਗ ਨੇ, ਚਿੰਤਾ ਏ, ਸਮੱਸਿਆਵਾਂ। ਹਰ ਮਨੁੱਖ ਇਹਦੇ ਵਿੱਚ ਗ੍ਰਸਤ ਹੈ। ਚਾਹੇ ਬਾਹਰੋਂ ਇਹਨੇ ਬਹੁਤ ਠੰਡੇ ਪਦਾਰਥ
ਛਕਲੇ ਨੇ, ਇਹ ਖਾ ਰਿਹਾ ਏ, ਏਸੀ ਦੀਆਂ ਠੰਡੀਆਂ ਹਵਾਵਾਂ ਲੈ ਰਿਹਾ, ਪਰ ਅੰਦਰੋਂ ਬੜਾ ਦੁਖੀ। ਸਤਿਗੁਰੂ ਮਹਾਰਾਜ ਜੀ ਉਹ ਅੰਦਰ ਕਾਹਦੋਂ ਦੁਖੀ ਆ, ਕੀ ਗੱਲ ਹੈ, ਕੀ ਕਾਰਨ ਹੈ? ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜਿਉ ਤਪਤ ਹੈ ਬਾਰੋਬਾਰ, ਤਪ ਤਪ ਖਪੈ ਬਹੁਤ ਬੇਕਾਰ। ਸਤਿਗੁਰੂ ਕਿਉਂ ਤਪ ਰਿਹਾ, ਇਹ ਠੰਡਾ ਕਿਉਂ ਨਹੀਂ ਹੁੰਦਾ, ਇਹ ਕਿੱਦਾਂ ਹੋਵੇਗਾ? ਸਤਿਗੁਰੂ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਇਹ ਬਾਣੀ ਨੂੰ ਭੁਲਾ ਬੈਠਾ, ਇਹਨੇ ਆਪਣਾ ਸੰਬੰਧ ਬਾਣੀ ਨਾਲ ਤੋੜ ਲਿਆ। ਇਹ ਕਹਿੰਦਾ ਮੈਂ ਬਾਣੀ ਤੋਂ ਬਿਨਾਂ ਜਿਉਂਦਾ ਰਹਿ ਸਕਦਾ। ਸਤਿਗੁਰੂ ਕਹਿੰਦੇ ਫਿਰ ਤਾਂ ਪਸ਼ੂ ਵੀ ਜਿਉਂਦੇ ਆ, ਕੀੜੇ ਮਕੌੜੇ ਵੀ ਜਿੰਦੇ ਆ, ਪਰ ਦੇਖ ਕਿਤਨੇ ਦੁਖੀ ਆ। ਤੇਰਾ ਜਿਹੜਾ ਮਨੁੱਖਾ ਜਨਮ ਹੈ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਦੁਖੀ ਹੋਣ ਦੇ ਵਾਸਤੇ ਨਹੀਂ ਆ। ਇਹ ਜਨਮ ਮਨੁੱਖਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਇਹ ਉਹਦੀ ਮਹਾਨ ਬਖਸ਼ਿਸ਼ ਹੈ। ਇਹ ਸੇਵਾ ਵਾਸਤੇ ਮਿਲਿਆ ਹੈ, ਇਹ ਠੱਗੀਆਂ ਵਾਸਤੇ, ਬੇਈਮਾਨੀਆਂ ਵਾਸਤੇ ਨਹੀਂ ਮਿਲਿਆ, ਇਹ ਝੂਠ ਬੋਲਣ ਵਾਸਤੇ ਨਹੀਂ ਮਿਲਿਆ। ਸਤਿਗੁਰੂ ਕਹਿੰਦੇ ਨੇ ਇਹ ਮਿਲਿਆ ਸੇਵਾ ਕਰਨ ਵਾਸਤੇ, ਇਹ ਸਿਮਰਨ ਕਰਨ ਵਾਸਤੇ ਮਿਲਿਆ, ਇਹ ਅਕਾਲ ਪੁਰਖ ਵਾਹਿਗੁਰੂ ਦੇ ਭੈ ਭਾਵਨੀ ਵਿੱਚ ਤੁਰਨ ਵਾਸਤੇ ਮਿਲਿਆ। ਅਤੇ ਸੁਧ ਰਹਿਰਾ ਸਾਹਿਬ ਦੀ ਪਾਵਨ ਬਾਣੀ ਵਿੱਚ ਸਾਨੂੰ ਇਹ ਸ਼ਬਦ ਮਿਲਦੇ ਆ। ਸਤਿਗੁਰੂ ਇਹਨੂੰ ਸਫਲ ਕਿੱਦਾਂ ਕਰੀਏ, ਉਹ ਤਰੀਕਾ ਕਿਹੜਾ, ਕਾਰਨ ਕਿਹੜਾ ਵਾ? ਹੱਥ ਪੈਰ ਅਕਾਲ ਪੁਰਖ ਵਾਹਿਗੁਰੂ ਨੇ ਦੇ ਦਿੱਤੇ। ਸਤਿਗੁਰੂ ਮਹਾਰਾਜ ਜੀ ਨੇ ਫਿਰ ਸ਼ਬਦਾਂ ਦੀ ਬਾਣ ਚਲਾਈ, ਸ਼ਬਦਾਂ ਦੇ ਤੀਰ ਛੱਡੇ। ਕਹਿਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੀ ਸ਼ਬਦ ਹੈ, ਅੰਤਰ ਗੁਰ ਆਰਾਧਨਾ। ਅੰਦਰੋਂ ਧਿਆ, ਅੰਦਰੋਂ ਧਿਆ, ਬਾਹਰੋਂ ਦਿਖਾਵਾ ਨਾ ਕਰ, ਦਿਖਾਵਾ ਨਾ ਕਰ। ਦਿਖਾਵਾ ਗੁਰੂ ਨੂੰ ਪ੍ਰਵਾਨ ਨਹੀਂ ਆ, ਉਹਦੇ ਦਰ ਦੇ ਪ੍ਰਵਾਨ ਨਹੀਂ ਆ। ਇਹ ਬਗਲੇ ਦੀ ਸਮਾਧੀ ਨਾ ਬਣਾ। ਸਤਿਗੁਰੂ ਮਹਾਰਾਜ ਜੀ ਨੇ ਇਹਨੂੰ ਨਿੰਦਿਆ। ਅੰਤਰ ਧਿਆਨ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਵਾਹਿਗੁਰੂ ਕਰ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਜਿਹਵਾ ਦੇ ਨਾਲ, ਜ਼ੁਬਾਨ ਦੇ ਨਾਲ, ਆਹ ਜਿਹੜੀ ਤੈਨੂੰ ਜੀਭ ਦਿੱਤੀ ਨਾ, ਇਹ ਨਿੰਦਿਆ ਕਰਨ ਵਾਸਤੇ, ਗਾਲਾਂ ਕੱਢਣ ਵਾਸਤੇ ਨਹੀਂ ਦਿੱਤੀ, ਭੈੜੇ ਬੋਲ ਬੋਲਣ ਦੇ ਵਾਸਤੇ ਇਹ ਜੀਭ ਨਹੀਂ ਦਿੱਤੀ। ਇਸ ਜੀਭ ਦੇ ਕੋਲੋਂ ਚੰਗਾ ਕੰਮ ਲੈ। ਇਹ ਜੀਭ ਤੈਨੂੰ ਨਾਮ ਜਪਣ ਵਾਸਤੇ ਦਿੱਤੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਕਿਸੇ ਦਾ ਕੰਮ ਵਿਗਾੜਨ ਵਾਸਤੇ ਨਹੀਂ ਦਿੱਤੀ ਨਾ ਭਾਈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਜਿਹਵਾ ਜਪ ਗੁਰ ਨਾਉ, ਜਿਹਵਾ ਦੇ ਨਾਲ ਉਸ ਗੁਰੂ ਦਾ ਜਾਪ ਕਰ। ਨੇਤਰੀ ਸਤਿਗੁਰੂ ਵੇਖਣਾ, ਆਹ ਨੇਤਰਾਂ ਦੇ ਨਾਲ ਮਾੜਾ ਨਾ ਦੇਖ, ਇਹਦੇ ਨਾਲ ਚੰਗਾ ਦੇਖ। ਇਹਦੇ ਨਾਲ ਕੀ ਦੇਖਣਾ? ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ। ਨੇਤਰੀ ਸਤਿਗੁਰੂ ਵੇਖਣਾ, ਦਰਸ਼ਨ ਕਰ, ਤੈਨੂੰ ਦਰਸ਼ਨ ਹੋਣਗੇ। ਇੱਕ ਨਾ ਇੱਕ ਦਿਨ ਤੈਨੂੰ ਦਰਸ਼ਨ ਹੋਣਗੇ ਅਕਾਲ ਪੁਰਖ ਵਾਹਿਗੁਰੂ ਜੀ ਦੇ। ਪਰ ਤੂੰ ਤਾਂਘ ਤਾਂ ਰੱਖ, ਤੂੰ ਭਰੋਸਾ ਤਾਂ ਰੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ। ਨੇਤਰੀ ਸਤਿਗੁਰੂ ਵੇਖਣਾ, ਗੁਰੂ ਨੇ ਕਹਿ ਦਿੱਤਾ ਹੋਣਗੇ, ਅਵਸ਼ ਹੋਣਗੇ, ਕਿਉਂਕਿ ਗੁਰੂ ਤੇ ਭਰੋਸਾ। ਜੋ ਗੁਰ ਕਹੈ ਸੋ ਕਾਰ ਕਮਾਵੋ। ਜੋ ਗੁਰੂ ਕਹਿੰਦਾ ਉਸ ਕੰਮ ਨੂੰ ਕਰ, ਉਸ ਕੰਮ ਦੇ ਕਰਨ ਦੇ ਵਿੱਚ ਤੇਰਾ ਭਲਾ। ਗੁਰੂ ਕਿਸੇ ਦਾ ਨਹੀਂ ਬੁਰਾ ਕਰਦਾ, ਉਹ ਕਿਸੇ ਨੂੰ ਮਾੜਾ ਕੰਮ ਕਰਨ ਨੂੰ ਨਹੀਂ ਕਹਿੰਦਾ। ਉਹ ਕਹਿੰਦਾ ਭਾਈ ਮਾੜੇ ਕੰਮ ਛੱਡੋ, ਮਾੜੇ ਕੰਮ ਛੱਡੋ, ਚੰਗੇ ਕੰਮ ਕਰੋ। ਇਹਨਾਂ ਦਾ ਲੇਖਾ ਜੋਖਾ ਹੋਣਾ ਹੈ, ਤੈਨੂੰ ਦੁੱਖ ਭੋਗਣੇ ਪੈਣਗੇ, ਚੰਗਿਆਈਆਂ ਬੁਰਿਆਈਆਂ। ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਜਿੰਨੀ ਨਾਮ ਧਿਆਇਆ, ਗੇ ਮਸ਼ੱਕਤ ਕਾਲ। ਨਾਮ ਦੀ ਕਮਾਈ ਕਰ। ਆ ਦੁਨੀਆ ਦਾ ਧਨ ਪਦਾਰਥ ਵੀ ਕਮਾ, ਪਰ ਕਿਤੇ ਪਰਮਾਤਮਾ ਨੂੰ ਨਾ ਭੁੱਲ ਜਾਵੀਂ, ਉਹਦੇ ਨਾਮ ਨੂੰ ਵੀ ਤੂੰ ਕਮਾਉਣਾ, ਇਹ ਵੀ ਤੇਰੀ ਡਿਊਟੀ ਆ। ਦੁਨੀਆ ਵਾਲਾ ਧਨ ਪਦਾਰਥ ਕਮਾ ਕੇ ਇਹ ਤਾਂ ਇੱਥੇ ਹੀ ਭਾਈ ਰਹਿ ਜਾਣਾ, ਪਰ ਜਿਹੜਾ ਨਾਮ ਦਾ ਧਨ ਹੈ, ਜਿਹੜਾ ਗੁਰੂ ਦਾ ਪਿਆਰਾ ਕਮਾਉਂਦਾ, ਜਿਹੜਾ ਮਿਹਨਤ ਕਰਦਾ, ਅੰਮ੍ਰਿਤ ਵੇਲੇ ਉੱਠ ਕੇ ਅੱਠੇ ਪਹਿਰ ਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ, ਭਾਈ ਇਹ ਧਨ ਵੱਧਦਾ ਫੁੱਲਦਾ ਹੈ। ਇਹਨੂੰ ਕੋਈ ਲੁੱਟ ਨਹੀਂ ਸਕਦਾ, ਇਹਨੂੰ ਕੋਈ ਮਾਰ ਨਹੀਂ ਸਕਦਾ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਸ਼ਾ ਪਛਤਾਏਂਗੇ, ਪ੍ਰਾਣ ਜਾਏਂਗੇ ਛੂਟ। ਤੂੰ ਪਛਤਾਵੇਂਗਾ ਅਖੀਰ ਤੇ ਕਿ ਹੁਣ ਤਾਂ ਮੇਰੇ ਕੋਲ ਨਾਮ ਨਹੀਂ ਜਪਿਆ ਜਾਂਦਾ, ਮੇਰੇ ਕੋਲ ਬੈਠਿਆ ਨਹੀਂ ਜਾਂਦਾ, ਉੱਠਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਸੁਚੇਤ ਕਰ ਦਿੱਤਾ, ਭਾਈ ਜਿਹੜੀ ਤੇਰੇ ਸਰੀਰ 'ਤੇ ਅਵਸਥਾ ਆਉਣੀ ਹੈ, ਸਤਿਗੁਰੂ ਕਹਿੰਦੇ ਤੂੰ ਬਚਪਨ ਸਫਲ ਕਰ।
ਤੂੰ ਜਵਾਨੀ ਸਫਲ ਕਰ ਸਾਹਿਬਜ਼ਾਦਿਆਂ ਦੇ ਵਾਂਗ, ਆ ਬੁਢੇਪਾ ਸਫਲ ਕਰ ਬਾਬੇ ਦੀਪ ਸਿੰਘ ਵਾਂਗ। ਜਵਾਨੀ ਸਫਲ ਕੀਤੀ ਭਾਈ ਤਾਰੂ ਸਿੰਘ ਜੀ ਦਾ ਕੱਲ ਸ਼ਹੀਦੀ ਪੁਰਬ, 25 ਸਾਲ ਦੀ ਉਮਰ ਹੈ। ਦੇਖੋ ਕਿੰਨੀ ਉੱਚੀ ਸੁਰਤ ਉਡਾਰੀ, ਕਿੰਨੀ ਉੱਚੀ ਹੈ। ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਹੋਏ। ਭਾਈ ਤਾਰੂ ਸਿੰਘ ਜੀ ਦੇਖੋ ਪਿੰਡ ਪੂਲਾ ਦਾ ਰਹਿਣ ਵਾਲਾ, ਆਪ ਜੀਆਂ ਨੇ ਇਤਿਹਾਸ ਸਰਵਣ ਕੀਤਾ। 21-22 ਦਿਨ ਬਿਨਾਂ ਖੋਪੜੀ ਤੋਂ ਰਹਿ ਜਾਣਾ, ਇਹ ਸ਼ਕਤੀ ਨਾਲੋਂ ਘੱਟ ਹੈ। ਕੋਈ ਬੰਦਾ ਕਰਕੇ ਵਿਖਾਵੇ ਕਰ ਸਕਦਾ, 1 ਮਿੰਟ ਨਹੀਂ ਰਹਿ ਸਕਦਾ। ਖੋਪੜੀ ਨਾਲੋਂ ਸਿਰ ਲਹਿ ਗਿਆ ਹੋਵੇ, ਅਲੱਗਾ ਹੋ ਗਿਆ ਹੋਵੇ ਸਰੀਰ ਦੇ ਨਾਲੋਂ, ਕੋਈ ਜਿਉਂਦਾ ਰਹਿ ਸਕਦਾ ਨਹੀਂ। ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ, ਇਹ ਭਾਈ ਤਾਰੂ ਸਿੰਘ ਜੀ ਦੇ ਉੱਤੇ ਕਿਰਪਾ। ਗੁਰੂ ਕਲਗੀਧਰ ਮਹਾਰਾਜ ਜੀ ਦਾ ਹੱਥ ਹੈ। ਸਤਿਗੁਰੂ ਮੇਰਾ ਮਾਰਜ ਵਾਲੇ, ਪ੍ਰਭ ਭਾਵੈ ਬਿਨ ਸਾਸ ਤੇ ਰੱਖ। ਉਹ ਚਾਹਵੇ ਤਾਂ ਬੜਾ ਕੁਝ ਹੋ ਸਕਦਾ, ਪਰ ਜਿਹੜੇ ਤਰਕ ਕਰਦੇ ਆ ਤਰਕਵਾਦੀ, ਉਹ ਆਂਦੇ ਨਹੀਂ, ਉਹਨਾਂ ਦੀ ਕਮਾਈ ਨਹੀਂ ਹੁੰਦੀ, ਉਹਨਾਂ ਦੀ ਕਮਾਈ ਨਹੀਂ ਹੁੰਦੀ। ਉਹਨਾਂ ਨੇ ਹਰ ਗੱਲ ਨੂੰ ਨਿੰਦਣਾ ਹੁੰਦਾ, ਕਿਉਂਕਿ ਉਹਨਾਂ ਦਾ ਪ੍ਰੈਕਟੀਕਲ ਨਹੀਂ ਹੁੰਦਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਪ੍ਰੈਕਟੀਕਲ ਦੇਖਣਾ ਹੋਵੇ ਗੁਰੂ ਇਤਿਹਾਸ ਦੇ ਵਿੱਚੋਂ। ਸ਼ਹੀਦ ਬਾਬਾ ਦੀਪ ਸਿੰਘ ਜੀ, ਚਾਉ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਸ਼ਬਦ ਪੜ੍ਹਦੇ ਹੋਣਗੇ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ, ਉਹਦਾ ਪ੍ਰੈਕਟੀਕਲ ਹੋਇਆ ਸਾਡੇ ਸਾਹਮਣੇ ਆ। ਤੇ ਭਾਈ ਤਾਰੂ ਸਿੰਘ ਜੀ ਨੇ ਵੀ ਇਹ ਸ਼ਬਦ ਪੜ੍ਹਿਆ ਹੋਵੇਗਾ, ਪੜ੍ਹਦੇ ਹੋਣਗੇ। ਜਦੋਂ ਪ੍ਰੈਕਟੀਕਲ ਹੋਇਆ ਸਾਹਮਣੇ, ਹੈਰਾਨ ਰਹਿ ਗਈ ਦੁਨੀਆ ਦੇ ਲੋਕ, ਇਹ ਕਿੱਦਾਂ ਹੋ ਗਿਆ? ਪਰ ਹੋ ਗਿਆ, ਇਹ ਕਮਾਈ, ਇਹ ਉਹਦੀ ਸ਼ਕਤੀ ਆ। ਉਹ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਹਾਰ ਨਾ ਜਲ ਥਲ ਮਹੀਲ ਸੋਏ। ਉਹ ਬੜਾ ਕੁਝ ਕਰ ਸਕਦਾ। ਉਹ ਚਾਹਵੇ ਤਾਂ ਰੇਗਿਸਤਾਨ ਦੀ ਧਰਤੀ 'ਤੇ ਬਰਫ਼, ਤਾਂ ਪਿੱਛੇ ਜੇ ਦੇਖੋ ਆਪ, ਜਿੱਥੇ ਪਤਾ ਨਹੀਂ ਸੀ ਉੱਥੇ ਮੀਂਹ ਵਰਾ ਸਕਦਾ, ਉੱਥੇ ਪੈਦਾਵਾਰ ਕਰ ਸਕਦਾ, ਅਤੇ ਜਿੱਥੇ ਪੈਦਾਵਾਰ ਉਹਨੂੰ ਬੰਜਰ ਬਣਾ ਸਕਦਾ। ਉਹਦੀ ਤਾਕਤ ਬਹੁਤ ਆ, ਉਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਦਾ ਸ਼ੁਕਰ ਕਰ, ਸ਼ੁਕਰਾਨਾ ਕਰ, ਉਹਦਾ ਧੰਨਵਾਦ ਕਰ, ਇਹ ਸੁੱਖ ਬਣਿਆ ਰਹੇ, ਇਹ ਧਰਤੀ ਸ਼ੋਭਨੀਕ ਬਣੀ ਰਹੇ, ਉਹਦੇ ਸ਼ੁਕਰ ਦੇ ਵਿੱਚ ਰਹਿ, ਉਹਦੇ ਨਾਲ ਮੱਥਾ ਨਾ ਲਾਈ, ਉਹਦੇ ਹੁਕਮ ਤੋਂ ਬਾਗੀ ਨਾ ਹੋਵੀ, ਨਹੀਂ ਕਿਤੇ ਪਛਤਾਏਗਾ। ਤੇ ਪਛਤਾਉਂਦਾ ਕਬੀਰ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀੜਾ ਲੋਭ ਕਰਤ ਹੈ, ਆਜ ਕਾਲ ਉੱਠ ਜਾਏਗਾ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਧਨ ਜੋਬਨ ਕਾ ਗਰਭ ਨਾ ਕੀਜਾ, ਕਾਗਜ਼ ਜਿਉਂ ਗਲ ਜਾਏਗਾ। ਜਿੱਦਾਂ ਕਾਗਜ਼ ਗਲ ਜਾਂਦਾ ਨਾ ਪਾਣੀ ਦੇ ਵਿੱਚ, ਇੱਦਾਂ ਗਲ ਜਾਏਗਾ ਜੇਕਰ ਹੰਕਾਰ ਦੇ ਵਿੱਚ ਆ। ਜੇਕਰ ਹੰਕਾਰ ਕਰ ਲਿਆ ਨਾ ਵੀ ਮੈਂ ਹੀ ਰੱਬ ਹੈ, ਮੇਰੇ ਕੋਲ ਹੀ ਸਭ ਕੁਝ, ਮੈਂ ਸਭ ਕੁਝ ਕਰਨ ਵਾਲਾ, ਪਰ ਉਹਨੇ ਕਾਗਜ਼ ਦੀ ਤਰ੍ਹਾਂ ਤੈਨੂੰ ਮਸਲ ਕੇ ਐਂ ਰੱਖ ਦੇਣਾ। ਧਨ ਜੋਬਨ ਕਾ ਗਰਭ ਨਾ ਕੀਜਾ, ਧਨ ਦਾ ਮਾਣ ਨਾ ਕਰੀ, ਅੱਜ ਹੈ ਕੱਲ੍ਹ ਨੂੰ ਪਤਾ ਨਹੀਂ, ਉਹ ਤੈਨੂੰ ਭਿਖਾਰੀ ਬਣਾ ਦੇਵੇਗਾ, ਐਸਾ ਭਿਖਾਰੀ ਬਣਾਵੇਗਾ ਤੂੰ ਭਿੱਖਿਆ ਵੀ ਮੰਗੇਗਾ ਨਾ, ਕਿਸੇ ਨੇ ਤੈਨੂੰ ਭਿੱਖਿਆ ਵੀ ਨਹੀਂ ਪਾਉਣੀ। ਆਖੋ ਸਤਿਨਾਮ ਸ੍ਰੀ। ਇੱਦਾਂ ਦੇ ਵੀ ਹੈ ਨੇ ਕਈ ਭਿਖਾਰੀ, ਉਹ ਚਾਹਵੇ ਤਾਂ ਭਿੱਖਿਆ। ਸਾਡੀ ਮੱਤ ਦੇ ਵਿੱਚ ਉਹ ਮੱਤ ਜਦੋਂ ਪਾਉਂਦਾ ਨਾ, ਫਲਾਣੇ ਨੂੰ ਭਿਖਾਰੀ ਨੂੰ ਭਿੱਖਿਆ ਦੇਣੀ ਹੈ, ਕੋਈ ਦਾਨ ਦੇਣਾ, ਫਿਰ ਆਪਾਂ ਦਿੰਦੇ ਹਾਂ। ਅਤੇ ਜਿਹਨੂੰ ਮੰਨਣਾ ਹੋਵੇ ਵੀ ਨਹੀਂ ਲੰਘ ਜਾਂਦੇ ਆ, ਇਹਦਾ ਮਤਲਬ ਵੀ ਉਸ ਭਿਖਾਰੀ ਦੇ ਕਰਮ ਬਹੁਤ ਮਾੜੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ, ਸੁਲਤਾਨਾ ਘਾਹ ਕਰਾਏਂਦਾ ਦਰ ਮੰਗਣ ਭਿੱਖਣਾ। ਮੰਗਦਿਆਂ ਵੀ ਇਹਨੂੰ ਭਿੱਖਿਆ ਨਹੀਂ ਮਿਲਦੀ, ਇੱਦਾਂ ਦੇ ਭਿਖਾਰੀ ਵੀ ਆ। ਉਹ ਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਦੁਰਕਾਰੇ ਹੋਏ ਨੇ, ਉਹ ਫਟਕਾਰੇ ਹੋਏ ਨੇ। ਮੰਗਿਆ ਵੀ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਭਿੱਖਿਆ ਨਹੀਂ ਪੈਣ ਦਿੰਦਾ, ਇੰਨੇ ਮਾੜੇ ਕਰਮ ਨੇ ਉਹਨਾਂ ਦੇ। ਸੋ ਆਓ ਗੁਰੂ ਕੇ ਪਿਆਰ ਵਾਲਿਓ, ਸਮਾਂ ਸੀਮਤ ਹੈ, ਸਮੇਂ ਵਿੱਚ ਰਹਿ ਕੇ ਆਪਾਂ ਧੰਨ ਸਤਿਗੁਰੂ ਗੁਰੂ ਕੀ ਬਾਣੀ ਦਾ ਜਿਹੜਾ ਅੱਜ ਸ਼ਬਦ ਚੱਲ ਰਿਹਾ ਹੈ, ਆਪੇ ਸ਼ਕਤੀ ਸਬਲ ਕਹਾਇਆ। ਉਹਦਾ ਬਲ ਬਹੁਤ ਹੈ, ਬਹੁਤ, ਉਹ ਬਹੁਤ ਬਲਵਾਨ ਹੈ, ਉਹਦੇ ਵਿੱਚ ਬਹੁਤ ਤਾਕਤ ਹੈ। ਉਹਨੇ ਆਪਣੇ ਆਪ ਨੂੰ ਕਹਾਇਆ, ਉਹ ਕਹਿੰਦਾ ਮੈਂ ਹਾਂ। ਉਹ ਫੱਬਦਾ ਵੀ ਹੈ, ਕਹਿੰਦਾ ਆਪਾਂ ਨਹੀਂ ਫੱਬਦੇ, ਸਾਡੀ ਸ਼ਕਤੀ ਸੀਮਤ ਆ, ਸਾਡਾ ਬਲ ਸੀਮਤ ਹੈ, ਪਰ ਜਿਹੜੀ ਉਹਦੀ ਤਾਕਤ ਹੈ, ਉਹਦੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਦੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਪੇ ਸ਼ਕਤੀ, ਉਹ ਆਪ ਹੀ ਸ਼ਕਤੀ ਆ, ਸਬਲ ਕਹਾਇਆ। ਉਹਨੇ ਆਪਣੇ ਆਪ ਨੂੰ ਬਹੁਤ ਵੱਡਾ ਬਲ ਵਾਲਾ ਦੁਨੀਆ ਦੇ ਵਿੱਚ ਸਿੱਧ ਕਰਕੇ ਦਿਖਾ ਦਿੱਤਾ ਹੈ। ਆਪੇ ਸੂਰਾ ਅਮਰ ਚਲਾਇਆ, ਉਹ ਸੂਰਾ, ਉਹ ਬਲਵਾਨ ਬਹੁਤ ਹੈ, ਅਮਰ ਚਲਾਇਆ। ਅਮਰ ਕਹਿੰਦੇ ਨੇ ਹੁਕਮ, ਸਾਡਾ ਹੁਕਮ ਮੈਂ ਪਹਿਲਾਂ ਬੇਨਤੀ ਕਰਾਂ ਪਰਿਵਾਰ ਦੇ ਵਿੱਚ ਵੱਡੇ ਦਾ, ਉਹ ਵੀ ਅੱਜ ਕੱਲ੍ਹ ਨਹੀਂ ਚੱਲਦਾ।
ਦੇਸ਼ ਦਾ ਇੱਕ ਦੇਸ਼ ਤੱਕ ਰਾਜੇ ਦਾ ਚੱਲ ਜਾਵੇਗਾ। ਬਹੁਤ ਦੇਸ਼ ਨੇ, ਹਰੇਕ ਦਾ ਆਪੋ ਆਪਣੇ ਦੇਸ਼ ਵਿੱਚ ਹੁਕਮ ਚੱਲਦਾ, ਪਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਹੁਕਮ ਹੈ ਪੂਰੇ ਸੰਸਾਰ ਦੇ ਵਿੱਚ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ। ਦੇਖੋ ਉਹਦੇ ਹੁਕਮ ਦੇ ਦਰਸ਼ਨ ਕਰਨੇ ਹੋਣ, ਆ ਦਿਨ ਰਾਤ ਨੂੰ ਕੋਈ ਬਦਲ ਸਕਦਾ? ਕੋਈ ਬੰਦਾ ਚਾਹਵੇ ਵੀ ਨਹੀਂ ਵੀ ਆ ਦਿਨ ਆ ਮੈਂ ਇਹਨੂੰ ਹੁਣੇ ਰਾਤ ਬਣਾਵਾਂ, ਆ ਸੂਰਜ ਚੜ੍ਹਿਆ ਮੈਂ ਇਹਨੂੰ ਚੜ੍ਹਨ ਨਹੀਂ ਦੇਣਾ, ਤਾਰੇ ਦਿਸ ਰਹੇ ਆ ਮੈਂ ਇਹਨਾਂ ਨੂੰ ਖਤਮ ਕਰ ਦੇਣਾ। ਆ ਜਿਹੜੇ ਖੰਡ ਬ੍ਰਹਿਮੰਡ ਅਕਾਲ ਪੁਰਖ ਵਾਹਿਗੁਰੂ ਦੇ ਗ੍ਰਹਿ ਜਿਹੜੇ ਨੇ ਇਹ ਬਣਾਏ ਹੋਏ ਆ, ਕੋਈ ਮਨੁੱਖ ਕਹੇ ਵੀ ਨਹੀਂ ਇਹ ਮੈਨੂੰ ਚੰਗੇ ਨਹੀਂ ਲੱਗਦੇ, ਮੈਂ ਇਹਨਾਂ ਨੂੰ ਖਤਮ ਕਰ ਦੇਵਾਂ ਆਪਣੀ ਸ਼ਕਤੀ ਦੇ ਨਾਲ, ਆਪਣੇ ਹੁਕਮ ਦੇ ਨਾਲ, ਆਪਣੀ ਤਾਕਤ ਦੇ ਨਾਲ, ਨਾ ਭਾਈ ਇੱਦਾਂ ਨਹੀਂ ਹੋ ਸਕਦਾ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ੍ਰਿਸ਼ਟੀ ਸਾਜੀ ਹੋਈ ਆ, ਇਹ ਉਹਦੇ ਪੈਦਾ ਕੀਤੇ ਹੋਏ ਨੇ, ਤੂੰ ਖਤਮ ਹੋ ਜਾਵੇਂਗਾ। ਹਰਨਾਕਸ਼ ਜੇ ਵੱਡੇ ਵੱਡੇ ਰਾਜੇ ਦੁਨੀਆ ਦੇ ਵਿੱਚ ਆਏ, ਰਾਵਣ ਜੀ, ਬਹੁਤ ਸਾਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬ ਬਣਾਇਆ। ਦੁਨੀਆ ਦੇ ਵਿੱਚ ਬਹੁਤ ਥੋੜ੍ਹੀ ਸ਼ਕਤੀ ਸੀ, ਪਰ ਉਹਨਾਂ ਦੀ ਮੱਤ ਇੰਨੀ ਮਾਰੀ ਗਈ, ਉਹਨੂੰ ਪਤਾ ਹੀ ਨਹੀਂ ਵੀ ਸ਼ਕਤੀ ਦਾ ਸੋਮਾ ਅਕਾਲ ਪੁਰਖ ਵਾਹਿਗੁਰੂ, ਉਹਦੇ ਵਿੱਚ ਬਹੁਤ ਸ਼ਕਤੀ ਆ, ਉਹਨੇ ਹੀ ਸ਼ਕਤੀ ਦਿੱਤੀ ਹੋਈ ਆ। ਪਰ ਜਿਹਨੇ ਉਹਦੀ ਸ਼ਕਤੀ ਨਾਲ ਮੱਥਾ ਲਾਇਆ, ਦੇਖੋ ਉਹਨਾਂ ਦਾ ਹਾਲ, ਹਾਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਆ ਵੱਡੇ ਵੱਡੇ ਜਿਹੜੇ ਦੁਸ਼ਟ ਹੈ ਔਰੰਗਜ਼ੇਬ ਵਰਗੇ, ਇਹ ਅੱਜ ਵੀ ਜਿਹੜੇ ਪੈਦਾ ਹੋਏ, ਇਹਨਾਂ ਦੀ ਮੱਤ 'ਤੇ ਪਰਦਾ ਪੈ ਗਿਆ। ਸ਼ਾਇਦ ਇਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ, ਸਮਝਦੇ ਵੀ ਸ਼ਾਇਦ ਸਦਾ ਵਾਸਤੇ ਸ਼ਕਤੀ ਸਾਡੇ ਕੋਲ ਹੈ, ਆਪਾਂ ਸਦਾ ਵਾਸਤੇ ਰਾਜੇ ਬਣੇ ਰਹਾਂਗੇ, ਇਹ ਸਦਾ ਵਾਸਤੇ ਸਾਡੇ ਕਾਨੂੰਨ ਰਹਿਣਗੇ, ਇਹ ਸਦਾ ਵਾਸਤੇ ਇਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਆਪਾਂ ਲੋਕਾਂ ਦੇ ਧੱਕਾ ਕਰਾਂਗੇ, ਮਾਰਾਂਗੇ, ਲੁੱਟਾਂਗੇ, ਖੋਵਾਂਗੇ, ਨਾ ਭਾਈ, ਇਹ ਥੋੜ੍ਹੇ ਸਮੇਂ ਵਾਸਤੇ ਆ, ਇਹ ਥੋੜ੍ਹੇ ਸਮੇਂ ਵਾਸਤੇ ਤੈਨੂੰ ਰਾਜ ਮਿਲਿਆ। ਤਪੋ ਰਾਜ ਤੇ ਰਾਜੂ ਨਰਕ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਤਪ ਕਰਕੇ ਰਾਜ ਮਿਲਿਆ, ਪਰ ਕੀ ਕੀਤਾ? ਚੰਗਾ ਕਾਪਣਾ ਕੀਤਾ, ਰਾਜ ਤੋਂ ਫਿਰ ਨਰਕ ਦੇ ਵਿੱਚ ਭੋਗਿਆ, ਰਾਜ ਤੋਂ ਨਰਕ ਬਣ ਗਿਆ। ਰਾਜ ਤੋਂ ਤੈਨੂੰ ਸਵਰਗ ਬਣਾਉਣਾ ਚਾਹੀਦਾ ਸੀ, ਪਰ ਕੀ ਕੀਤਾ? ਤੂੰ ਸੱਤਾ ਦੇ ਨਸ਼ੇ ਦੇ ਵਿੱਚ, ਰਾਜ ਦੀ ਤਾਕਤ ਦੇ ਵਿੱਚ ਆ ਕੇ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਜੀਵਾਂ ਉੱਤੇ ਜ਼ੁਲਮ ਕੀਤਾ, ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ ਨਿਹੱਥੇ ਮਜਲੂਮਾਂ ਦੇ ਉੱਤੇ, ਤੂੰ ਭਲਾ ਨਹੀਂ ਕੀਤਾ। ਕੀ ਹੋਇਆ? ਰਾਜ ਤੋਂ ਫਿਰ ਤੈਨੂੰ ਨਰਕ ਮਿਲਿਆ। ਤਪੋ ਰਾਜ ਰਾਜੂ ਨਰਕ, ਇਹ ਸੀ ਤੇਰੇ ਨਾਲ ਹੋਇਆ। ਪਰ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਚੇਤੇ ਆ, ਆਪੇ ਸੂਰਾ ਵੀ ਉਹਦੀ ਤਾਕਤ ਬਹੁਤ ਹੈ, ਅਮਰ ਚਲਾਇਆ, ਉਹਦਾ ਜਿਹੜਾ ਹੁਕਮ ਹੈ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ ਹੁਕਮ ਹੈ, ਅੰਦਰ ਸਭ ਕੋ ਸਾਰਿਆਂ ਦੇ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝਾ। ਜੇ ਕੋਈ ਗੁਰੂ ਕਾ ਪਿਆਰਾ ਉਹਦੇ ਹੁਕਮ ਨੂੰ ਬੁੱਝ ਲੈਂਦਾ ਹੈ, ਉਹਦਾ ਰਾਜ ਫਿਰ ਸਦਾ ਰਹਿੰਦਾ, ਸਦਾ ਵਾਸਤੇ ਬਣਿਆ ਰਹਿੰਦਾ। ਜਿਹੜਾ ਉਹਦੇ ਹੁਕਮ ਦੇ ਵਿੱਚ ਰਹਿੰਦਾ, ਜਿਹੜਾ ਪ੍ਰਜਾ ਦਾ ਭਲਾ ਕਰਦਾ ਹੈ, ਲੋੜਵੰਦਾਂ ਦੀ ਸਹਾਇਤਾ ਕਰਦਾ, ਆਪਣਾ ਹੁਕਮ ਨਹੀਂ ਚਲਾਉਂਦਾ, ਸਿਰਫ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਚਲਾਉਂਦਾ। ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਸਿੱਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ 'ਤੇ ਜਾਰੀ ਕੀਤੇ, ਸੇਵਾ ਕਰਦਾ ਹੈ, ਬਾਣੀ ਪੜ੍ਹਦਾ ਹੈ, 40 ਸਾਲ ਰਾਜ, ਬੜੀ ਪ੍ਰਜਾ ਉਹਦੇ ਰਾਜ ਵਿੱਚ ਸੁਖੀ ਸੀ, ਕੋਈ ਉਹਨੇ ਕਾਲੇ ਕਾਨੂੰਨ ਨਹੀਂ, ਕੁਝ ਵੀ ਨਹੀਂ ਕੀਤਾ। ਉਹਨੂੰ ਪਤਾ ਸੀ ਕਿ ਜਿੰਨਾ ਸਤਿਗੁਰੂ ਮਹਾਰਾਜ ਜੀ ਨੇ ਇਹ ਰਾਜ ਸਾਨੂੰ ਬਖਸ਼ਿਆ ਹੈ, ਵੱਧ ਤੋਂ ਵੱਧ ਪ੍ਰਜਾ ਦੀ ਸੇਵਾ ਕੀਤੀ। ਰਾਤੋਂ ਰਾਤ ਜਾਂਦਾ ਸੇਵਾ ਕਰਨ ਦੇ ਵਾਸਤੇ, ਕਦੀ ਕੋਈ ਕਿਹੜਾ ਰੂਪ ਬਣਾ ਕੇ ਜਾਂਦਾ, ਕਦੀ ਕਿਹੜਾ ਰੂਪ ਗਰੀਬਾਂ ਦੀ ਵੇਸ਼ ਭੂਸ਼ਾ ਧਾਰਨ ਕਰਕੇ ਜਾਂਦਾ, ਕਿਸੇ ਨੂੰ ਪਤਾ ਨਹੀਂ ਚੱਲਦਾ, ਰਾਤੋਂ ਰਾਤ ਸੇਵਾ ਕਰ ਆਉਂਦਾ ਹੱਥੀਂ। ਸੋ ਇਹ ਹੈ ਸੇਵਾ। ਸੋ ਜਿਨ੍ਹਾਂ ਨੇ ਉਹਦੀ ਸੇਵਾ ਨੂੰ ਮੰਨਿਆ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਉਹ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਹੋਇਆ, ਆਪੇ ਸੂਰਾ ਅਮਰ ਚਲਾਇਆ। ਆਪੇ ਸਿਵ ਵਰਤਾਇਨ ਅੰਤਰ, ਆਪੇ ਸੀਤਲ ਠਾਰ ਗੜਾ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸ਼ਿਵ, ਦੁਨੀਆ ਵਾਲਾ ਸ਼ਿਵ ਨਹੀਂ। ਮੈਂ ਬੇਨਤੀ ਕਰਾਂ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸ਼ਿਵ ਕਿਹਾ। ਉਹ ਅਕਾਲ ਪੁਰਖ ਵਾਹਿਗੁਰੂ, ਸ਼ਿਵ ਦਾ ਅਰਥ ਹੈ ਸੁਖ, ਸ਼ਕਤੀ, ਸ਼ਾਂਤੀ ਦਾ ਸੋਮਾ। ਉਹ ਅਕਾਲ ਪੁਰਖ ਵਾਹਿਗੁਰੂ ਸ਼ਿਵ ਹੈ। ਆਪੇ ਸ਼ਿਵ ਵਰਤਾਈ ਅੰਤਰ। ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਨੇ ਆਪੇ ਸ਼ਿਵ ਵਰਤਾਈਆਂ ਅੰਤਰ, ਉਹ ਸਾਰਿਆਂ ਦੇ ਅੰਦਰ ਸੁੱਖ ਵਰਤਾ ਰਿਹਾ, ਕਿਉਂਕਿ ਉਹਦੇ ਕੋਲ ਸੁੱਖ ਨੇ। ਦੁਨੀਆ ਦੇ ਕੋਲ ਦੁੱਖ ਹੈ, ਨਾਨਕ ਦੁਖੀਆ ਸਭ ਸੰਸਾਰ, ਸਰਬ ਸੁੱਖਾਂ ਕਾ ਦਾਤਾ ਸਤਿਗੁਰੂ। ਸਤਿਗੁਰੂ ਕੋਲ ਦੁੱਖ ਨਹੀਂ ਹੈ, ਸਤਿਗੁਰੂ ਦੇ ਕੋਲ ਸੁੱਖ ਨੇ। ਦੁੱਖ ਮਨੁੱਖ ਦੇ ਕੋਲ ਹੈ, ਅਤੇ ਦੁੱਖ ਦੇ ਵਿੱਚ ਮਨੁੱਖ ਕਰਲਾਉਂਦਾ, ਤੜਫਦਾ ਹੈ, ਚੀਕ ਚਹਾੜਾ ਪਾਉਂਦਾ ਹੈ,
ਇਹਦੇ ਕੰਮ ਮਾੜੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਮਨੁੱਖਾਂ ਵਾਲਾ ਸਰੀਰ ਤਾਂ ਹੈ ਪਰ ਕੰਮ ਇਹਦੇ ਮਾੜੇ ਆ ਤੇ ਕੰਮਾਂ ਕਰਕੇ ਇਹ ਦੁਖੀ ਆ। ਇਹਦੇ ਕੰਮ ਚੰਗੇ ਹੋਣ ਇਹ ਸੁਖੀ ਹੋਵੇ। ਇਹਦਾ ਉਤਾਰਾ ਨਿਸਤਾਰਾ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਕੀਤਾ ਹੈ। ਭਾਈ ਆਪੇ ਸ਼ਿਵ ਵਰਤਾਈਨ ਅੰਤਰ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਸੁੱਖ ਦੇ ਰਿਹਾ ਪਰ ਤੇਰੀ ਮੱਤ ਦੇ ਵਿੱਚ ਉਹ ਸੁੱਖ ਨਹੀਂ ਆ ਰਿਹਾ, ਟਿਕ ਨਹੀਂ ਰਿਹਾ। ਕਿਉਂ? ਤੂੰ ਉਹਦੇ ਹੁਕਮ ਨੂੰ ਨਹੀਂ ਸਮਝ ਰਿਹਾ। ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਉਹ ਡੂਬੇ ਸਿਆਣੇ। ਉਹਦੇ ਹੁਕਮ ਨੂੰ ਚੈਲੰਜ ਨਾ ਕਰ, ਉਹਦੇ ਹੁਕਮ ਅੱਗੇ ਸਿਰ ਨਵਾ। ਆਪੇ ਸ਼ੀਤਲ ਠਾਰ ਕੜਾ, ਉਹ ਅਕਾਲਕ ਵਾਹਿਗੁਰੂ ਇੰਨਾ ਠੰਡਾ ਏ, ਤੂੰ ਠੰਡਾ ਨਹੀਂ ਆ। ਤੈਨੂੰ ਬਾਹਰੋਂ ਠੰਡ ਲੱਗਦੀ ਹੈ, ਅੰਦਰੋਂ ਤੂੰ ਤਪਿਆ ਹੋਇਆ ਹੈ ਕਿਉਂਕਿ ਤੇਰੇ ਕੋਲ ਬਾਣੀ ਨਹੀਂ ਹੈ। ਜਿਨ੍ਹਾਂ ਦੇ ਕੋਲ ਬਾਣੀ ਹੈ ਉਹ ਤੱਤੀ ਧੁੱਪ ਦੇ ਵਿੱਚ, ਤੱਤੀ ਰੁੱਤ ਦੇ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਤੇਰਾ ਕੀਗਾ ਮੀਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗਾ। ਤੱਤੀ ਰੁੱਤ ਦੇ ਵਿੱਚ, ਤੱਤੀ ਧੁੱਪ ਦੇ ਵਿੱਚ, ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਅੰਦਰੋਂ ਇੰਨਾ ਠੰਡਾ ਕੀਤਾ ਹੋਇਆ ਏ। ਆਪੇ ਸ਼ੀਤਲ ਠਾਰ ਖੜਾ, ਉਹ ਇੰਨਾ ਠੰਡਾ ਏ, ਉਹ ਇੰਨਾ ਠਾਰ ਦਿੰਦਾ ਏ। ਬਾਹਰਲੀਆਂ ਜਿਹੜੀਆਂ ਰੁੱਤਾਂ ਨੇ, ਗਰਮੀ ਦੀਆਂ ਧੁੱਪਾਂ ਜਿਹੜੀਆਂ ਨੇ, ਅੱਗ ਹੈ ਜਿਹੜੀ, ਉਹਦਾ ਸੇਕ ਨਹੀਂ ਤੈਨੂੰ ਲੱਗ ਸਕਦਾ, ਉਹ ਤੈਨੂੰ ਗਰਮ ਨਹੀਂ ਕਰ ਸਕਦੀ। ਜੇਕਰ ਠੰਡ ਦੀ ਗੱਲ ਕੀਤੀ ਜਾਵੇ, ਗੁਰੂ ਕਲਗੀਧਰ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚ ਆਨੰਦਪੁਰ ਸਾਹਿਬ ਦੀ ਠੰਡੇ ਬੁਰਜ, ਮਾਤਾ ਜੀ ਸਾਹਿਬਜ਼ਾਦੇ ਮਾਛੀਵਾੜੇ ਦੇ ਜੰਗਲਾਂ, ਸਤਿਗੁਰੂ ਮਹਾਰਾਜ ਜੀ ਨੇ ਉੱਥੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਪੇ ਸੀਤਲ ਠਾਰ ਗੜਾ, ਉਹ ਸੀਤਲ ਹੈ, ਉਹ ਇੰਨਾ ਠੰਡਾ ਹੈ। ਜਿਸੈ ਨਿਵਾਜੇ ਗੁਰਮੁਖ ਸਾਜੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਨਿਵਾਜ ਦਿੰਦਾ ਹੈ। ਬਹੁਤ ਵੱਡੀ ਕਿਰਪਾ ਹੈ ਨਿਵਾਜਣਾ। ਗਰੀਬ ਨਿਵਾਜ ਗੁਸਾਈਆਂ ਮੇਰਾ, ਮਾਥਾ ਛਤਰ ਧਰੈ। ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨਜ਼ਰ ਹੋ ਜਾਂਦੀ ਹੈ, ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਤੇਰਾ ਕੀਆ ਮੀਠਾ ਲੱਗਾ, ਹਰਨਾਮ ਪਦਾਰਥ। ਉਹ ਰੋਸ ਨਹੀਂ ਕਰਦੇ, ਉਹ ਗੁਰੂ ਨੂੰ ਛੱਡ ਕੇ ਹੋਰ ਬੰਨੇ ਨਹੀਂ ਤੁਰੇ ਫਿਰਦੇ। ਨਹੀਂ, ਜੇ ਗੁਰ ਸਾਂਗ ਵਰਤਦਾ ਸਿੱਖ ਸਦਕ ਨਾ ਹਾਰੇ। ਜੇ ਸਿੱਖਾ ਤੇਰੀ ਗੁਰੂ ਪ੍ਰੀਖਿਆ ਲੈਂਦਾ ਨਾ, ਇਹ ਚੰਗੇ ਕੰਮ ਵਾਸਤੇ ਆ। ਪਤਾ ਲੱਗ ਜਾਂਦਾ ਹੈ ਕਿ ਕਿੰਨੇ ਕੁ ਚੰਗੇ ਕੰਮ, ਕਿੰਨੀ ਕੁ ਮਿਹਨਤ ਕੀਤੀ ਆ ਭਾਈ ਸਾਰੇ ਸਾਲ ਦੇ ਵਿੱਚ, ਪਤਾ ਲੱਗ ਜਾਂਦਾ ਬੱਚੇ ਦਾ ਜਦੋਂ ਪੇਪਰ ਹੁੰਦੇ ਆ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਸਾ ਨਿਵਾਜੇ, ਜਿਹਨੂੰ ਉਹ ਨਿਵਾਜ ਦਿੰਦਾ ਏ, ਗੁਰਮੁਖ ਸਾਜੇ, ਉਹਨੂੰ ਗੁਰਮੁਖ ਬਣਾ ਦਿੰਦਾ, ਉਹ ਗੁਰਮੁਖ ਬਣ ਜਾਂਦਾ ਹੈ। ਨਾਮ ਵਸੈ ਤਿਸ ਅਨਹਦ ਵਾਜੇ, ਜਦੋਂ ਅਕਾਲ ਪੁਰਖ ਵਾਹਿਗੁਰੂ ਨਿਵਾਜਦਾ ਹੈ ਆਪਣੀ ਭਗਤੀ ਦੇ ਨਾਲ, ਜਦੋਂ ਗੁਰਮੁਖ ਬਣਾ ਕੇ ਸਾਜਦਾ ਹੈ, ਕੀ ਦਿੰਦਾ ਹੈ? ਨਾਮ ਵਸੈ, ਉਹ ਨਾਮ ਦੀ ਦਾਤ ਦਿੰਦਾ, ਧਨ ਨਹੀਂ ਦਿੰਦਾ। ਉਹਨੂੰ ਪਤਾ ਇਹਨੇ ਭੁੱਲ ਜਾਣਾ। ਜਿਨ੍ਹਾਂ ਕੋਲ ਬਹੁਤਾ ਧਨ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਨੇ ਵੀ ਇਹ ਬੜੇ ਭਾਗਾਂ ਵਾਲੇ ਆ। ਜਿਨ੍ਹਾਂ ਕੋਲ ਨਹੀਂ ਹੈ, ਭਾਈ ਲਾਲੋ ਵਰਗੇ, ਕੀ ਗੱਲ ਉਹ ਭਾਗਾਂ ਵਾਲੇ ਨਹੀਂ ਆ? ਮਲਕ ਭਾਗੋ ਦੇ ਕੋਲ ਬਹੁਤ ਸਾਰਾ ਧਨ ਸੀ, ਉਹ ਭਾਗਾਂ ਵਾਲਾ ਹੋ ਗਿਆ। ਬਾਬਾ ਨਾਨਕ ਨਹੀਂ ਗਿਆ ਉਹਦੇ ਬੂਹੇ 'ਤੇ, ਉਹਦੇ ਦਰ 'ਤੇ। ਭਾਈ ਲਾਲੋ ਦੇ ਕੋਲ ਇਸ ਧਨ ਦੀ ਜਿਹੜੀ ਗੱਲ ਕੀਤੀ ਹੈ, ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਨਾਮ ਧਨ ਜਿਸ ਜਨ ਕਾ ਪਾਲੈ ਸੋਈ ਪੂਰਾ ਸ਼ਾਹ। ਸਤਿਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਉਹ ਸ਼ਾਹ ਹੈ, ਉਹ ਅਮੀਰ ਹੈ ਕਿਹੜਾ? ਜਿਹਦੇ ਕੋਲ ਨਾਮ ਦਾ ਧਨ ਹੈ। ਨਾਮ ਵਸੈ ਤਿਸ ਅਨਹਦ ਵਾਜੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਸ ਗੁਰੂ ਕੇ ਪਿਆਰੇ ਗੁਰਮੁਖ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਸਤਿਗੁਰੂ ਕਹਿੰਦੇ ਫਿਰ ਅਨਹਦ ਵਾਜੇ ਜਿਹੜੇ ਨੇ ਉਹਦੇ ਵੱਜਣ ਲੱਗ ਪੈਂਦੇ। ਅਨਹਦ ਨਾਦ ਜਿਹੜਾ ਨਾ, ਉਹਨੂੰ ਅੰਦਰੋਂ ਅੰਦਰ ਸੁਣਾਈ ਦਿੰਦਾ ਹੈ। ਤਿਸ ਹੀ ਸੁਖ ਤਿਸ ਹੀ ਠੁਕਰਾਈ, ਤਿਸੈ ਨ ਆਵੈ ਜਮ ਨੇੜਾ। ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ। ਉਹਦੀ ਠੁਕਰਾਈ, ਉਹਦੀ ਪ੍ਰਧਾਨਤਾ ਜਿਹੜੀ ਹੈ ਉਹ ਸਾਰਿਆਂ ਦੇ ਵਿੱਚ ਸਮਾਈ ਹੋਈ ਆ। ਮੈਂ ਪਹਿਲਾਂ ਬੇਨਤੀ ਕੀਤੀ ਵੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਸੁੱਖ ਦਿੰਦਾ ਹੈ। ਉਹਦੀ ਜਿਹੜੀ ਠੁਕਰਾਈ, ਉਹਦੀ ਜਿਹੜੀ ਪ੍ਰਧਾਨਤਾ ਹੈ, ਜਿਹੜਾ ਗੁਰੂ ਕਾ ਪਿਆਰਾ ਉਹਨੂੰ ਸਵੀਕਾਰ ਕਰਦਾ ਹੈ। ਤਿਸੈ ਨਾ ਆਵੈ ਜਮ ਨੇੜਾ। ਫਿਰ ਕੀ ਹੁੰਦਾ ਹੈ? ਜਿਹੜਾ ਜਮ ਹੈ, ਜਿਹੜੀ ਮੌਤ ਹੈ, ਉਸ ਗੁਰੂ ਕੇ ਪਿਆਰੇ ਗੁਰਮੁਖ ਦੇ ਨੇੜੇ ਨਹੀਂ ਆਉਂਦੀ। ਕੀਮਤ ਕਾਗਜ਼ ਕਹੀ ਨਾ ਜਾਏ,
कीमत कागद कही ना जाए। सतगुरु महाराज जी ने कहा जेकर ਉਹਦੀ ਵਡਿਆਈ ਨੂੰ ਕੋਈ ਮਨੁੱਖ ਕਵੇ ਨਾ ਵੀ मैं कागज उत्ते लिख के दस देवां, कीमत पाए ना कहा जाए। कहने वाले तेरे रिस्म तेरे विच समा जाणगे, खत्म हो जाणगे, पर ਜਿਹੜੀ तेरी ਵਡਿਆਈ अकाल पुरख वाहिगुरू जी ਉਹ ਇਹਦਾ ਜ਼ਿਕਰ नहीं कर सकणगे। कीमत कागद कही ना जाए, ये कहने तो भी बाहर है। सतगुरु गुरु अर्जन देव महाराज जी कहते हैं ਵੱਡੇ ਕੀਆਂ ਵਡਿਆਈਆਂ किछ कहना कहना जाए, ये कहने तो भी बाहर है ਉਹਦੀ ਵਡਿਆਈ। ਤੇ ਜੇਕਰ ਕੋਈ ਮਨੁੱਖ ਕਵੇ ਭਰਮ ਦੇ ਵਿੱਚ ਆ ਕੇ, ਹੋਮਾਂ ਦੇ ਵਿੱਚ ਆ ਕੇ ਵੀ ਮੈਂ ਲਿਖ ਲਿਖ ਕੇ ਉਹਦੀ ਵਡਿਆਈ ਪੂਰੀ ਕਰ ਲਵਾਂ, ਮੈਂ ਦੱਸ ਦੇਵਾਂ, ਸਤਿਗੁਰੂ ਕਹਿੰਦੇ ਨੇ ਨਾ ਭਾਈ, ਕੀਮਤ ਕਾਗਦ ਕਹੀ ਨਾ ਜਾਏ। ਉਹਦੀ ਕੀਮਤ ਨੂੰ ਨਾ ਕਾਗਜ਼ ਉੱਤੇ ਲਿਖਿਆ ਜਾ ਸਕਦਾ ਹੈ, ਨਾ ਹੀ ਉਹਨੂੰ ਕਹਿਆ ਜਾ ਸਕਦਾ ਹੈ। ਕਹੋ ਨਾਨਕ ਬੇਅੰਤ ਗੁਸਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹੇ ਨਾਨਕ ਉਹ ਬੇਅੰਤ ਹੈ, ਉਹਦਾ ਅੰਤ ਹੀ ਕੋਈ ਨਹੀਂ। ਗੁਸਾਈ ਜਿਹੜਾ ਧਰਤੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਤੂੰ ਬੇਅੰਤ ਕੋ ਵਿਰਲਾ ਜਾਣਾ, ਤੇ ਸਮਝ ਕਿੱਥੋਂ ਆਉਂਦੀ ਹੈ? ਗੁਰ ਪ੍ਰਸਾਦ ਕੋ ਹੁਕਮ ਪਛਾਣਾ, ਸੇਵਕ ਕੀ ਅਰਦਾਸ ਪਿਆਰੇ, ਜਬ ਜੀਵਾਂ ਪ੍ਰਭ ਚਰਨ ਪਿਆਰੇ। ਤੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ, ਸ਼ੁਕਰਾਨਾ ਕਰ ਅਕਾਲ ਪੁਰਖ ਵਾਹਿਗੁਰੂ ਜੀਓ, ਆ ਜਿਹੜਾ ਮਨੁੱਖਾ ਜਨਮ ਮਿਲਿਆ ਤੇਰੀ ਭਗਤੀ ਕਰਕੇ ਮਿਲਿਆ, ਤੇਰੀ ਭਗਤੀ ਕਰਕੇ ਹੀ ਇਹ ਸਫਲ ਹੋਵੇ, ਬਤੀਤ ਹੋਵੇ। ਆਦ ਮਦ ਅੰਤ ਪ੍ਰਭ ਸੋਈ, ਹਾਥ ਤਿਸੈ ਕੈ ਨਬੇੜਾ। ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਤੂੰ ਆਦ ਹੈ, ਤੂੰ ਸ਼ੁਰੂ ਤੋਂ ਹੀ ਹੈ। ਆ ਸਾਡਾ ਜਨਮ ਕੋਈ 20 ਸਾਲ ਦਾ, ਕੋਈ 50 ਸਾਲ ਦਾ, 100 ਸਾਲ, 1 ਸਦੀ, ਕਿੰਨਾ ਕੁ ਸਮਾਂ ਚੱਲੇਗਾ। ਪਰ ਅਕਾਲ ਪੁਰਖ ਵਾਹਿਗੁਰੂ ਜੀਓ ਤੂੰ ਆਦ ਹੈ, ਤੂੰ ਸ਼ੁਰੂ ਤੋਂ ਹੀ ਹੈ। ਆਪਾਂ ਤਾਂ ਖਤਮ ਹੋ ਜਾਵਾਂਗੇ, ਫਿਰ ਨਵੀਂ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਤੂੰ ਆਦ ਹੈ, ਤੂੰ ਮੱਧ ਹੈ, ਤੂੰ ਮੱਧ ਵੀ ਹੈ, ਤੂੰ ਹੁਣ ਵੀ ਹੈ। ਜਿਹਨੂੰ ਜਪਜੀ ਸਾਹਿਬ ਦੇ ਅੰਦਰ ਕਿਹਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਤੂੰ ਹੁਣ ਵੀ ਹੈ। ਨਾਨਕ ਹੋਸੀ ਪੀ ਸੱਚ, ਇਨ ਫਿਊਚਰ ਅਕਾਲ ਪੁਰਖ ਵਾਹਿਗੁਰੂ ਜੀਓ ਤੂੰ ਅੱਗੇ ਵੀ ਰਹੇਂਗਾ, ਆਪਾਂ ਨਹੀਂ ਰਹਾਂਗੇ ਅੱਗੇ। ਕਿੰਨਾ ਕੁ ਚਿਰ ਪਹਿਲਾਂ ਵੀ ਨਹੀਂ ਸੀ, ਹੁਣ ਤਾਂ ਹੈ ਪਰ ਪਤਾ ਨਹੀਂ। ਪਰ ਅਕਾਲ ਪੁਰਖ ਵਾਹਿਗੁਰੂ ਜੀਓ ਤੂੰ ਆਦ ਹੈ, ਤੂੰ ਮੱਧ ਹੈ, ਤੂੰ ਅੰਤ ਹੈ। ਆਦ ਮੱਧ ਅੰਤ ਪ੍ਰਭ ਸੋਈ, ਹੈ ਅਕਾਲ ਪੁਰਖ ਵਾਹਿਗੁਰੂ ਜੀਓ ਤੂੰ ਸੋਈ ਹੈ। ਹਾਥ ਤਿਸੈ ਕੈ ਨਬੇੜਾ, ਤੇਰੇ ਹੱਥ ਦੇ ਵਿੱਚ ਜੀਵਾਂ ਦਾ ਹਿਸਾਬ ਕਿਤਾਬ ਹੈ। ਸਾਰੇ ਜੀਵਾਂ ਦਾ ਹਿਸਾਬ ਕਿਤਾਬ ਜਿਹੜਾ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਜਪਜੀ ਸਾਹਿਬ ਦੇ ਅੰਦਰ ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਹੱਥ ਸਾਰਿਆਂ ਜੀਵਾਂ ਦੀ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਲਿਖਿਆ ਭਰਿਆ ਬੈਠਾ ਹੈ, ਤੂੰ ਹੀ ਨਿਬੇੜਾ ਕਰਨ ਵਾਲਾ ਹੈ। ਤਿਸੈ ਸ਼ਰੀਕ ਨਾਹੀ ਰੇ ਕੋਈ, ਤੇਰਾ ਕੋਈ ਸ਼ਰੀਕ ਨਹੀਂ ਆ। ਮੈਂ ਪਹਿਲਾਂ ਬੇਨਤੀ ਕੀਤੀ ਜਿਹੜੇ ਉਹਦੇ ਸ਼ਰੀਕ ਬਣ ਗਏ, ਹੈ ਤਾਂ ਨਹੀਂ। ਜਿਹੜੇ ਕਹਿਣ ਲੱਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬ ਕਹਾਇਆ, ਥੋੜ੍ਹਾ ਜਿਹਾ ਰਾਜ ਭਾਗ ਉਹਨਾਂ ਨੂੰ ਮਿਲ ਗਿਆ, ਥੋੜ੍ਹੀ ਜਿਹੀ ਸ਼ਕਤੀ ਮਿਲ ਗਈ, ਉਹ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਏ ਸ਼ਾਇਦ ਰੱਬ ਆ। ਪਰ ਜਦੋਂ ਰੱਬ ਨੇ ਆਪਣੀ ਸ਼ਕਤੀ ਵਿਖਾਈ, ਉਹਨੇ ਝਲਕਾਰਾ ਵਿਖਾਇਆ, ਸਭ ਕੁਝ ਛੱਡ ਕੇ ਸਵਾਹ ਹੋ ਗਿਆ। ਪਤਾ ਹੀ ਨਹੀਂ ਲੱਗਿਆ, ਹਰਨਾਸ਼ ਦੁਸ਼ਟ ਹਰ ਮਾਰਿਆ, ਉਹਨੂੰ ਪਤਾ ਹੀ ਨਹੀਂ ਸੀ। ਬੜੇ ਵਾਰ ਲਏ ਉਹਨੇ ਪ੍ਰਮਾਤਮਾ ਦੇ ਕੋਲ, ਪਰ ਭੁੱਲ ਗਿਆ ਆਪ ਹੀ ਪ੍ਰਮਾਤਮਾ ਬਣ ਬੈਠਾ। ਤੁਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਦਾ ਸ਼ਰੀਕ ਨਹੀਂ ਬਣਨਾ ਚਾਹੀਦਾ, ਉਹਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ। ਅਬਦਾਲੀ ਵਰਗੇ ਅੱਜ ਵੀ ਕਈ ਲਾ ਰਹੇ ਆ, ਪਰ ਜਿੰਨੇ ਉਹਦੇ ਨਾਲ ਮੱਥਾ ਲਾਇਆ ਉਹਦਾ ਕੱਖ ਨਹੀਂ ਰਿਹਾ, ਕੁਝ ਨਹੀਂ ਰਹਿਣਾ। ਉਹ ਰਾਜ ਦੇ ਸੱਤਾ ਦੇ ਨਸ਼ੇ ਦੇ ਵਿੱਚ ਭੁੱਲ ਗਿਆ ਵੀ ਸ਼ਾਇਦ ਸਦਾ ਵਾਸਤੇ ਮੇਰੇ ਕੋਲ ਰਾਜ ਹੈ, ਪਰ ਨਿਹਚਲ ਰਾਜ ਸਦਾ ਤਿਸ ਕੇਰਾ। ਉਸ ਅਕਾਲ ਪੁਰਖ ਦਾ ਜਿਹੜਾ ਰਾਜ ਹੈ ਉਹ ਨਿਹਚਲ ਹੈ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ, ਉਹ ਡੁਲਾ ਨਹੀਂ ਸਕਦਾ। ਤਿਸਾ ਸ਼ਰੀਕ ਨਾ ਹੀ ਰੇ ਕੋਈ, ਉਹਦਾ ਕੋਈ ਸ਼ਰੀਕ ਨਹੀਂ ਹੈ। ਕਿਸ ਹੀ ਪੁੱਤੈ ਜਵਾਬ ਨਾ ਹੋਈ, ਕਿਸੇ ਦੇ ਕੋਲ ਜਵਾਬ ਨਹੀਂ ਆ। ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਸਵਾਲ, ਸਤਿਗੁਰੂ ਮਹਾਰਾਜ ਜੀ ਦੇ ਕੋਲ ਜਵਾਬ ਹੈ, ਮਨੁੱਖ ਦੇ ਕੋਲ ਜਵਾਬ ਨਹੀਂ ਹੈ। ਇਹਦੇ ਸਵਾਲ ਬਹੁਤ ਹੈ, ਇਹ ਸਾਰੀ ਉਮਰ ਸਵਾਲ ਹੀ ਕਰਦਾ ਰਹਿੰਦਾ, ਸਵਾਲਾਂ ਦੇ ਵਿੱਚ ਹੀ ਕਰਿਆ ਰਹਿੰਦਾ। ਸਵਾਲਾਂ ਦੇ ਜਵਾਬ ਜੇਕਰ ਅਸਲ ਰੂਪ ਦੇ ਵਿੱਚ ਹੈਣ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮਿਲੇ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲ ਨੇ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਨੇ।
नानक का प्रभ आपे आपे कर कर वेखै चोज खड़ा। धन गुरु अर्जन देव महाराज जी अपने शब्द के अखीरले बंद अंदर पंक्ति अंदर बख्शिश कर रहे ने, नानक का प्रभ आपे आपे, मेरा तो अकाल पुरख वाहिगुरु वो आपे आपे आ, ਉਹਦੇ करके मैं हाँ। सतगुरु काल पुरख वाहिगुरु जी ओ नानक का प्रभ आपे आपे। दुनिया के लोगों, नानक का प्रभु जिहड़ा ओदा अपना है, ये बेगाना नहीं है। ये काल पुरख वाहिगुरु सारियां दा है, मता कोई इसनूं कोई बेगाना समझे ना भाई। नानक का प्रभ आपे आपे, दो बारी सतगुरु महाराज जी ने शब्द वरतिया आपे आपे। ये भाई वो अपना है, वो बेगाना थोड़ा, वो सारियां नूं दे रहा है, वो खोंदा नहीं है। ये मनुख का सुभाਅ है खोना। सतगुरु महाराज जी किसी को दुख नहीं देंदे, ये सारियां नूं सुख वरता रहे हैं। ये दुख मनुख दे अपने पैदा किए हुए अपनी मत के अनुसार। नानक का प्रभ आपे आपे कर कर वेख्या चोज खड़ा। ये चोज ने ओदे, ये कौतक ने ओदे। इथों पता लगता है किसी को कोई दुख होंदा है, चाहे गुरु के सिख के शरीर ते आउंदा है किसी भी प्रकार का, सतगुरु महाराज जी कहते हैं ये डोले ना, ये ਉਹਦੇ वास्ते इम्तिहान है, ये परख है। तो जिहड़ा भी गुरु का सिख इस इम्तिहान दे विच पास हो जाता फिर की होंदा है, सचखंड वसै निरंकार। सतगुरु महाराज जी फिर उहदा वासा सचखंड दे विच करवा देंदे। सो गुरु के प्यार वालिओ, गुरु की बाणी का शब्द आप जियां ने समय विच रख के अज सरवण कीता है।